ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਰਿਸਕ ਹੈਗਾ, ਯਾਨੀ ਕਿ ਆਪਣੇ ਜਿਹੜੇ ਬਜ਼ੁਰਗ ਹੈਗੇ ਆ, ਸਪੈਸ਼ਲੀ ਨਰਸਿੰਗ ਹੋਮ 'ਚ 1000 ਬੰਦੇ ਤੋਂ ਜ਼ਿਆਦਾ ਮੌਤ ਹੋਈ ਹੈਗੀ ਇਸ ਪਿਛਲੇ ਸਾਲ ਦੇ ਵਿੱਚ। 60% ਬਜ਼ੁਰਗ ਸੀਗੇ ਜਿਹੜੇ ਨਰਸਿੰਗ ਹੋਮ 'ਚ ਸੀਗੇ। ਸੋ ਆਪਣੀ ਪ੍ਰਾਇਓਰਟੀ ਇਨਸਾਨੀਅਤ ਦੇ ਤੌਰ 'ਤੇ ਹੋਣੀ ਚਾਹੀਦੀ ਕਿ ਉਹਨਾਂ ਦਾ ਬਚਾਅ ਕਰੀਏ। ਜਦੋਂ ਅਨਾਉਂਸ ਕੀਤਾ ਕਿ ਵੈਕਸੀਨ ਆ ਰਹੀ ਆ, ਉਦੋਂ ਸਾਨੂੰ ਨੋਟਿਸ ਮਿਲਿਆ ਹੈਗਾ 1 ਹਫ਼ਤੇ ਦਾ ਕਿ ਹੁਣ ਸਿਸਟਮ ਤਿਆਰ ਕਰ ਲਓ, ਟੀਕੇ ਲਾਉਣੇ ਸ਼ੁਰੂ ਕਰ ਦੇਣੇ। ਜਿੰਨੀਆਂ ਵੈਕਸੀਨ ਆ ਰਹੀਆਂ ਨੇ ਉਨੀਆਂ ਅਸੀਂ ਲਾਈ ਜਾਣੇ। ਆਈ ਥਿੰਕ BC ਦਾ ਅੱਜ ਏਡਰੀਅਨ ਡਿਕਸ ਨੇ ਕਿਹਾ ਸੀ 60,000 ਵੈਕਸੀਨ ਲੱਗ ਚੁੱਕੀਆਂ। ਇੱਦਾਂ ਦੇ ਲੋਕ ਵੀ ਜਿਹੜੇ ਲਵਾਉਣੇ ਨਹੀਂ ਚਾਹੁੰਦੇ, ਲੋਕਾਂ ਨੂੰ ਇਹ ਡਰ ਸੀਗਾ ਵੀ ਏਡੀ ਜਲਦੀ ਤਾਂ ਵੈਕਸੀਨ ਬਣਦੀ ਨਹੀਂ ਹੁੰਦੀ ਹੈ, ਕਾਲੀ ਕਾਲੀ ਬਣਾ ਲਈ ਹੈ। ਲੋਕਾਂ ਦਾ ਡਰ ਕੀ ਹੈਗਾ ਵੀ ਇਹ ਵੈਕਸੀਨ ਤੇਜ਼ੀ ਨਾਲ ਬਣੀ ਹੈ, ਸੇਫ ਹੈ ਨਹੀਂ ਸੇਫ, ਬਟ ਇਹ ਵੈਕਸੀਨ ਤੇਜ਼ੀ ਨਾਲ ਬਿਲਕੁਲ ਨਹੀਂ ਬਣੀ। ਇਹ ਜਿਹੜੀ ਇਹਦੀ ਟੈਕਨੋਲੋਜੀ ਹੈਗੀ ਇਹ 10 ਸਾਲ ਪੁਰਾਣੀ ਹੈਗੀ। ਮੀਡੀਆ, ਡਾਕਟਰ ਦੁਨੀਆ ਦੇ ਵਿੱਚ ਰੌਲਾ ਪਾਈ ਜਾਂਦੇ ਵੀ ਕੋਵਿਡ ਆ ਵੀ। ਇੰਡੀਆ ਦੇ ਵਿੱਚ ਕਿਸਾਨ ਧਰਨਾ ਦੇ ਕੇ ਬੈਠੇ ਆ, 5 ਲੱਖ ਬੰਦਾ ਬੈਠਾ, ਕੋਈ ਏਡੀ ਉੱਥੇ ਵੀ ਮਾਰੋ ਮਾਰਨੀ ਵੀ ਐਂਬੂਲੈਂਸਾਂ ਬਾਹਰ ਆਉਂਦੀਆਂ ਹੁਣ ਕੋਵਿਡ ਦੀਆਂ ਭਰੀਆਂ ਆ। ਕੁਛ ਤਾਂ ਹੈਗਾ ਕਿ ਜਿਹੜੇ ਆਪਣੇ ਇੱਥੇ ICU ਹੈਗੇ ਆ, ਸਾਡੇ ਨਾਲ ਚੱਲੋ, ICU ਦੇ ਦਰਸ਼ਨ ਦਿਓ, ਤੁਹਾਨੂੰ ਦਿਖਾਉਂਦੇ ਆ ਕਿ ਪੇਸ਼ੈਂਟ ਜਿਹੜੇ ਬਿਮਾਰ ਹੋਏ ਉਹ ਕਿਸ ਤਰ੍ਹਾਂ ਸਾਹ ਲੈ ਰਹੇ ਆ। ਜਿਹੜੇ ਯੰਗ ਲੋਕੀ ਆ ਉਹਨਾਂ ਦੇ ਵਿੱਚ ਵੀ 30% ਹੈਗੇ ਜਿਨ੍ਹਾਂ ਦੇ ਉਸ ਟਾਈਮ 'ਤੇ ਸਿੰਪਟਮਸ ਘੱਟ ਹੁੰਦੇ ਜਦੋਂ ਇਨਫੈਕਸ਼ਨ ਹੋਇਆ, ਪਰ ਕਈ ਮਹੀਨੇ ਬਾਅਦ ਵਿੱਚ ਫਿਰ ਥਕਾਵਟ ਰਹਿੰਦੀ ਹੈਗੀ ਆ। ਕੋਈ ਵੀ ਕੰਮ ਕਰਨ ਦੀ ਟਰਾਈ ਕਰਦੇ ਉਹ ਕੰਮ ਹੀ ਨਹੀਂ ਹੋ ਰਿਹਾ। ਜਿਹੜੇ ਲੋਕਾਂ ਨੂੰ ਐਨਾਫਿਲੈਕਟਿਕ ਰਿਐਕਸ਼ਨ ਹੁੰਦੀ ਵੀ ਜਿਹਨਾਂ ਕੋਲ ਐਪੀਪੈਨ ਹੁੰਦਾ ਵੀ ਉਹ ਥੋੜ੍ਹਾ ਜਿਹਾ ਧਿਆਨ ਰੱਖਣ। ਬਟ ਹੈਲਥ ਕੈਨੇਡਾ ਨੇ ਕਿਹਾ ਹੋਇਆ ਵੀ ਜੇ ਤੁਹਾਨੂੰ ਵੈਕਸੀਨ ਦੇ ਕੰਪੋਨੈਂਟ ਤੋਂ ਕੋਈ ਐਲਰਜੀ ਹੈ ਅਤੇ ਉਹ ਲੱਗਦਾ ਹੈਗਾ ਕੰਪੋਨੈਂਟ ਹੈਗਾ ਪੋਲੀਐਥਿਲੀਨ ਗਲਾਈਕੋਲ, ਜੇ ਉਹਦੇ ਨਾਲ ਕੋਈ ਐਲਰਜਿਕ ਰਿਐਕਸ਼ਨ ਹੈ ਫਿਰ ਨਹੀਂ ਲਵਾਓ। ਕਾਫੀ ਲੋਕੀ ਹੈਗੇ ਜਿਹੜੇ ਕਿ ਇੰਗਲਿਸ਼ ਇਨਫ ਸਮਝਦੇ ਆ ਜੀ ਐਂਡ ਰੂਲ ਫੋਲੋ ਕਰ ਲੈਂਦੇ ਜੀ। ਕੁਛ ਲੋਕਾਂ ਨੂੰ ਰੂਲ ਫੋਲੋ ਕਰਨ ਦੀ ਚਾਹ ਹੈਗਾ ਪਰ ਪਤਾ ਨਹੀਂ ਕਿ ਰੂਲ ਕਿਹੜੇ ਫੋਲੋ ਕਰਨੇ, ਨਾ ਉਹਨੂੰ ਪਤਾ ਕਿ ਕਿੱਦਾਂ ਫੋਲੋ ਕਰਨੇ। ਸੋ ਉਹਨਾਂ ਦੇ ਉਹ ਮੈਸੇਜ ਜਿਹੜਾ ਉਹ ਆਪਾਂ ਮਿਸ ਕਰ ਰਹੇ ਹੈਗੇ ਆ। ਮੈਂ ਤਾਂ ਮੇਰੇ ਹਸਬੈਂਡ ਅਸੀਂ ਹਸਪੀਟਲ ਗਏ ਸੀ, ਉੱਥੋਂ ਹੋ ਗਿਆ ਹੋਣਾ। ਮੈਂ ਕਿਹਾ ਉੱਥੋਂ ਬਿਲਕੁਲ ਨਹੀਂ ਹੋਇਆ। ਮੈਂ ਕਿਹਾ ਤੁਸੀਂ ਦੱਸੋ ਹੋਇਆ ਕਿਸ ਤਰ੍ਹਾਂ। ਉਹ ਆਪਣੇ ਬ੍ਰਦਰ ਨੂੰ ਜਾ ਕੇ ਮਿਲੇ ਸੀ ਅਤੇ ਉਹਨਾਂ ਨੂੰ ਹੋ ਗਿਆ, ਫਿਰ ਉਹਨਾਂ ਤੋਂ ਇਹਨੂੰ ਹੋ ਗਿਆ। ਮੈਂ ਕਿਹਾ ਤੁਸੀਂ ਗਏ ਕਿਉਂ ਸੀ? ਉਹ ਤੁਹਾਡਾ ਹਾਊਸ ਹੋਲਡ ਬਬਲ ਨਹੀਂ ਸੀਗਾ। ਵੀ ਉਹ ਆ ਗਈ ਆ, ਦੱਸਦੇ ਆ ਕੋਈ 100-150 ਵੈਕਸੀਨ ਜਿਹੜੀ ਲਾਈਨ ਵਿੱਚ ਆ, ਕੁਛ ਕੁ ਨੂੰ ਮਨਜ਼ੂਰੀ ਮਿਲ ਗਈ ਆ, ਕੁਛ ਕੁ ਨੂੰ ਕੈਨੇਡਾ ਦੀ ਮਨਜ਼ੂਰੀ ਦੇਣੀ ਆ। ਗੱਲਬਾਤ ਜਿਹੜੀ ਪੂਰੀ ਤਰ੍ਹਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਅਸਲ ਦੇ ਵਿੱਚ ਸਾਨੂੰ ਵੈਕਸੀਨ ਲੱਗਣੀ ਕਦੋਂ ਆ। ਫਿਰ ਅਸੀਂ ਕਿਤੇ ਪਤਾ ਲੱਗਦਾ ਕਿ ਵੈਕਸੀਨ ਸਿੱਟਣੀ ਪੈ ਰਹੀ ਆ ਨਿਊਯਾਰਕ ਦੇ ਵਿੱਚ, ਉੱਥੇ ਲਵਾਉਣ ਵਾਲੇ ਨਹੀਂ ਲੱਭ ਰਹੇ, ਜਿਨ੍ਹਾਂ ਦੀ ਜਿਹੜੇ ਪ੍ਰਾਇਓਰਿਟੀ ਗਰੁੱਪ ਆ ਉਹ ਚੇਂਜ ਕਰਨੇ ਪੈ ਰਹੇ ਆ ਉਹਨਾਂ ਨੂੰ। ਕਦੇ ਸਾਡੇ ਕੋਲ ਖਬਰ ਆਉਂਦੀ ਆ ਕਿ ਵੈਕਸੀਨ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੈਗੀ ਤਾਂ ਹੈ ਪਰ ਉਹਨੂੰ ਲਾਉਣ ਵਾਲੇ ਹੈ ਨਹੀਂ, ਫਰਿੱਜਾਂ 'ਚ ਪਈ ਆ। ਇਹ ਸਾਰੀ ਸਿਚੁਏਸ਼ਨ ਕੀ ਆ? ਸਾਡੇ ਤੱਕ, ਇੱਕ ਆਮ ਬੰਦੇ ਤੱਕ ਵੈਕਸੀਨ ਕਦੋਂ ਪਹੁੰਚੂਗੀ? ਕੋਈ ਇਹਦੀ ਡੈਡਲਾਈਨ ਸਾਨੂੰ ਪਤਾ ਲੱਗ ਸਕਦੀ ਆ ਜਾਂ ਇਹ ਅਜੇ ਵੀ ਕੋਈ ਕਹਿੰਦਾ ਸਾਲ ਲੱਗ ਜਾਣਾ, ਕਦੇ ਕਹਿੰਦੇ ਇਹ ਸਤੰਬਰ ਤੱਕ ਆ ਜਾਊਗੀ? ਵੈਕਸੀਨ ਅਸਲ 'ਚ ਹੈ ਕੀ? ਸਾਡੇ ਕੋਲ ਕਿੰਨੀਆਂ ਵੈਕਸੀਨ ਆ? ਕੈਨੇਡਾ ਦੀ ਸਿਚੁਏਸ਼ਨ ਕੀ ਹੈ ਇਸ ਵੇਲੇ? ਕਿਸ ਤਰ੍ਹਾਂ ਲੱਗ ਰਹੀ ਆ? ਕਦੋਂ ਵੈਕਸੀਨ ਜਿਹੜੀ ਇੱਥੇ ਲੱਗਣੀ ਆ? ਇਹ ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਨੇ। ਇੱਕ ਅਸੀਂ ਜਿਹੜੀ ਇਹਦੀ ਕੋਵਿਡ ਟਾਸਕ ਫੋਰਸ ਬਾਰੇ ਵੀ ਸੁਣਦੇ ਹਾਂ, ਉਹ ਕੀ ਆ? ਕੁਝ ਸਰਵੇ ਹੋ ਰਹੇ ਆ। ਅੱਜ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਵਿਚਾਰ ਕਰਨਾ ਔਰ ਮਾਹਰਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਕੋਲ ਆਉਣ, ਸਾਨੂੰ ਥੋੜ੍ਹਾ ਜਿਹਾ ਜਿੰਨਾ ਵੀ ਹੋ ਸਕਦਾ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਕਲੀਅਰ ਕਰਨ ਕਿ ਇਸ ਵੇਲੇ ਅਸੀਂ ਕਿਹੜੀ ਸਟੇਜ 'ਤੇ ਹਾਂ, ਕੀ ਸਿਚੁਏਸ਼ਨ ਆ। ontario ਦੇ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਕਿ ਜੇ ਕੋਈ ਜ਼ਰੂਰੀ ਕੰਮ ਆ ਤੁਸੀਂ ਉਹਦੇ ਲਈ ਬਾਹਰ ਜਾ ਸਕਦੇ ਆ, ਨਹੀਂ ਤਾਂ ਤੁਸੀਂ ਘਰ ਰਹੋ। ਇਹ ਵੀ ਡਰ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ BC ਦੇ ਵਿੱਚ ਵੀ ਕਹਿੰਦੇ ਇੱਦਾਂ ਹੀ ਹੋ ਜਾਣਾ ਕਿ ਜੇ ਇਹ ਹਾਲਾਤ ਇਸ ਤਰ੍ਹਾਂ ਦੇ ਰਹੇ। ਡਰ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਹੈਗਾ। ਵੈਕਸੀਨ ਕਦੋਂ ਆਉਣੀ ਆ, ਕਦੋਂ ਨਹੀਂ ਆਉਣੀ? ਇਹ ਵੀ ਕਿਤੇ ਨਾ ਕਿਤੇ ਗੱਲ ਸੁਣਨ ਨੂੰ ਮਿਲਦੀ ਹੈ ਕਿ ਵੈਕਸੀਨ 'ਤੇ ਤਜਰਬੇ ਕਰੀ ਜਾਂਦੀ ਸਰਕਾਰ, ਐਕਸਪੈਰੀਮੈਂਟਸ ਹੋ ਰਹੇ ਆ। ਇੱਕ ਕੰਪਨੀ ਦੀ ਵੈਕਸੀਨ ਆਉਣੀ ਆ, ਉਹ ਕਹਿੰਦੇ ਮਹੀਨੇ ਬਾਅਦ ਸ਼ਾਇਦ 2 ਲੱਗਣੀਆਂ। ਆਪਾਂ ਇਹਦੇ ਬਾਰੇ ਜਿਹੜੀ ਸਪਸ਼ਟੀਕਰਨ ਆ ਉਹ ਡਾਕਟਰਸ ਕੋਲੋਂ ਗੱਲਬਾਤ ਕਰਦੇ ਹਾਂ ਕਿ ਜੀ ਇਹਦੇ 2 ਇੰਜੈਕਸ਼ਨ ਲੱਗਣੇ ਸੀ 1 ਮਹੀਨੇ ਦੇ ਫਰਕ ਦੇ ਨਾਲ। ਉਹ ਕਹਿੰਦੇ ਇੱਕ ਆ ਗਈ, ਉਹ ਦੂਜੀ ਨੂੰ ਮੁੱਕਰ ਗਿਆ ਅਮਰੀਕਾ। ਉਹ ਕਹਿੰਦੇ ਜਿਹੜੀ ਕੰਪਨੀ ਸੀਗੀ ਵੀ ਸਾਡੇ ਕੋਲੇ ਹੈ ਨਹੀਂ, ਅਸੀਂ ਤਾਂ ਪਹਿਲਾਂ ਆਪਣਾ ਖਿਆਲ ਰੱਖਾਂਗੇ, ਤੁਹਾਨੂੰ ਕਿੱਥੋਂ ਦੇਣੀ ਆ। ਹੁਣ ਦੂਜਾ ਜਿਹਨਾਂ ਨੂੰ ਟੀਕਾ ਲੱਗਣਾ ਸੀ ਉਹ ਕਿੱਥੋਂ ਲੱਗੂਗਾ? ਉਹ ਕਹਿੰਦੇ ਹੁਣ ਦੂਜੀ ਵੈਕਸੀਨ ਵੀ ਲੱਗ ਸਕਦੀ ਆ। ਇਹ ਸਾਰਾ ਕੁਛ ਹੈ ਕਿ ਐਡੀ ਜਲਦੀ ਵੈਕਸੀਨ ਕਿਵੇਂ ਬਣ ਗਈ? ਲੋਕ ਡਰ ਵੀ ਰਹੇ ਆ। ਜਿਹਨੂੰ ਵੈਕਸੀਨ ਲੱਗ ਗਈ ਫਿਰ ਉਹ ਠੀਕ ਠਾਕ ਆ, ਜਾਂ ਜੇ ਕਿਸੇ ਨੂੰ ਇੱਕ ਵਾਰੀ ਕਹਿੰਦੇ ਕੋਵਿਡ, ਆਪਾਂ ਕੋਈ ਵੀ ਆਪਾਂ ਸੁਣਦੇ ਹਾਂ ਜਿਹੜੀ ਪਹਿਲਾਂ ਤੋਂ ਗੱਲਬਾਤ ਕਿ ਜੇ ਕਿਸੇ ਬੰਦੇ ਨੂੰ ਉਹ ਕੋਈ ਵਾਇਰਸ ਹੋ ਜਾਂਦਾ ਆ, ਉਹਦੇ ਤੋਂ ਬਾਅਦ ਉਹਦੇ 'ਚ ਇਮਿਊਨਿਟੀ ਬਣ ਜਾਂਦੀ ਆ। ਕੀ ਜਿਹਨਾਂ ਨੂੰ ਵਾਇਰਸ ਇੱਕ ਵਾਰੀ ਇਹ ਹੋ ਗਿਆ ਕੋਵਿਡ-19 ਉਹਨਾਂ ਨੂੰ ਵੀ ਵੈਕਸੀਨ ਦੀ ਲੋੜ ਪਊਗੀ ਜਾਂ ਉਹਨਾਂ ਨੂੰ ਨਹੀਂ ਲੱਗਣੀ? ਬਹੁਤ ਸਾਰੇ ਸਾਡੇ ਸਵਾਲ ਨੇ। ਚੈਨਲ ਪੰਜਾਬੀ ਦੀ ਫੇਸਬੁੱਕ ਦੇ ਉੱਤੇ ਵੀ ਅਸੀਂ ਇਸ ਵੇਲੇ ਲਾਈਵ ਹਾਂ। ਕੋਈ ਤੁਹਾਡਾ ਕੰਸਰਨ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ, ਅਸੀਂ ਤੁਹਾਡੀ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਸਾਡੇ ਕੋਲੇ ਡਾਟਾ ਇਹਦੇ ਲਈ ਮੌਜੂਦ ਆ ਜਾਂ ਜਿੰਨਾ ਕੁ ਸਾਡੇ ਮਾਹਰ ਦੱਸ ਸਕਦੇ ਆ।
ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਦੋ ਸ਼ਖਸੀਅਤਾਂ ਨੂੰ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ, ਡਾਕਟਰ ਬਲਦੇਵ ਸੰਘੇੜਾ ਤੇ ਡਾਕਟਰ ਮਧੂਮੀਤ ਜਵੰਦਾ। ਡਾਕਟਰ ਸੰਘੇੜਾ, ਡਾਕਟਰ ਜਵੰਦਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸੰਘੇੜਾ, ਸਭ ਤੋਂ ਪਹਿਲਾਂ ਸਾਨੂੰ ਵੈਕਸੀਨ ਬਾਰੇ ਥੋੜ੍ਹਾ ਜਿਹਾ ਸਪਸ਼ਟ ਕਰੋ ਕਿ ਕਿਹੜੀ ਵੈਕਸੀਨ ਇੱਥੇ ਆ ਗਈ ਆ ਤੇ ਆਮ ਬੰਦੇ ਨੂੰ ਕਦੋਂ ਲੱਗ ਜੂਗੀ, ਇਹਦੀ ਟਾਈਮਲਾਈਨ ਦਿੱਤੀ ਜਾ ਸਕਦੀ ਹੈ? ਹਾਂਜੀ, ਸੋ ਪਹਿਲਾਂ ਕਲੀਅਰ ਹੋਣਾ ਚਾਹੀਦਾ ਕਿ ਆਪਣੇ ਕੈਨੇਡਾ ਦੇ ਵਿੱਚ 2 ਵੈਕਸੀਨਸ ਅਪਰੂਵ ਹੋਈਆਂ ਹੈਗੀਆਂ। ਅੱਛਾ ਜੀ। ਇੱਕ ਤਾਂ ਹੈਗੀ ਆ ਜਿਹੜੀ ਫਾਈਜ਼ਰ ਕੰਪਨੀ ਦੀ ਵੈਕਸੀਨ ਹੈਗੀ ਆ, ਸਭ ਤੋਂ ਜ਼ਿਆਦਾ ਸਪਲਾਈ ਉਹਦੀ ਆ ਰਹੀ ਆ, ਤੇ ਦੂਸਰੀ ਹੈਗੀ ਮੋਡਰਨਾ ਜਿਹੜੀ ਅਮਰੀਕਾ ਤੋਂ ਤੁਸੀਂ ਦੱਸਿਆ ਸੀਗਾ। ਸੋ ਦੋਨੇ ਅਪਰੂਵ ਹੈਗੀਆਂ, ਦੋਨਾਂ ਦੀ ਸਪਲਾਈ ਪਹੁੰਚ ਰਹੀ ਹੈਗੀ ਆ, ਪਰ ਜਿੰਨੀ ਮੋਡਰਨਾ ਵਾਲੀ ਪਹੁੰਚਣੀ ਚਾਹੀਦੀ ਸੀਗੀ ਉਨੀ ਡਿਲੀਵਰ ਨਹੀਂ ਹੋ ਰਹੀ ਜੀ। ਤਾਂ ਉਹ ਕਈ ਉਹਦੇ ਕਾਰਨ ਹੋ ਸਕਦੇ, ਉਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ ਜੀ। ਪੋਲੀਟੀਸ਼ੀਅਨਾਂ ਨੂੰ ਪੁੱਛਣਾ ਪੈਣਾ ਕਿ ਕਾਹਤੇ ਨਹੀਂ ਪਹੁੰਚ ਰਹੀ, ਉਹਨਾਂ ਤੇ ਰਹਿਣ ਦਿੰਦੇ ਆ। ਬਿਲਕੁਲ। ਜਿਹੜੀ ਫਾਈਜ਼ਰ ਵਾਲੀ ਵੈਕਸੀਨ ਹੈਗੀ ਆ, ਉਹ ਹੁਣ ਕੱਲ ਪਰਸੋਂ ਅਨਾਉਂਸ ਕੀਤਾ ਸੀ ਪ੍ਰਾਈਮ ਮਿਨਿਸਟਰ ਟਰੂਡੋ ਨੇ, ਆਰਡਰ ਕੀਤੇ ਗਏ ਆ ਕਰਕੇ ਉਹਨਾਂ ਦੀ ਡਿਲੀਵਰੀ ਹਰ ਵੀਕ ਆ ਰਹੀ ਆ। ਜਿੱਦਾਂ ਆ ਰਹੀ ਆ ਉਸ ਤਰ੍ਹਾਂ ਅਸੀਂ ਇੰਜੈਕਸ਼ਨ ਲਾ ਰਹੇ ਹੈਗੇ ਆ, ਤੇ ਇੰਜੈਕਸ਼ਨ ਲਵਾਉਣ ਦਾ ਵੀ ਸਕੇਜੂਲ ਹੈਗਾ। ਅੱਛਾ ਜੀ। ਜਿਹੜੀ ਇਹ ਫਾਈਜ਼ਰ ਵਾਲੀ ਵੈਕਸੀਨ ਹੈਗੀ ਆ ਦੇ ਰੂਲਸ ਹੈਗੇ ਕਾਫੀ ਸਟ੍ਰਿਕਟ ਆ, -80 ਡਿਗਰੀ ਤੇ ਰੱਖਣੀ ਪੈਂਦੀ ਹੈਗੀ ਆ, ਤੇ ਬਹੁਤਾ ਇਸ ਦਵਾਈ ਨੂੰ ਆਪਾਂ ਹਿਲਾ ਨਹੀਂ ਸਕਦੇ। ਜੇ ਜ਼ਿਆਦਾ ਸ਼ੇਕਅਪ ਹੋਣ ਲੱਗ ਪੈਂਦੀ, ਉਹ ਡੀਨੇਚਰ ਪ੍ਰੋਟੀਨ ਹੋ ਜਾਣੀ ਹੈ ਤਾਂ ਉਹਦਾ ਫਿਰ ਅਸਰ ਨਹੀਂ ਰਹਿਣਾ ਹੈਗਾ। ਸੋ ਇਹਨੂੰ ਟਰਾਂਸਪੋਰਟੇਸ਼ਨ ਬਹੁਤ ਕੇਅਰਫੁਲੀ ਕਰਨੀ ਪੈਂਦੀ ਆ। ਐਂਡ ਥੋੜ੍ਹੀਆਂ ਜਗ੍ਹਾ ਹੈਗੀਆਂ ਜਿੱਦਾਂ ਆਪਣੇ ਹੌਸਪੀਟਲ, ਸਰੀ ਹੌਸਪੀਟਲ ਹੈਗਾ, ਇੱਥੇ ਵੱਡੇ ਲਾਰਜ ਫਰੀਜ਼ਰ ਹੈਗੇ ਜਿੱਥੇ ਆਪਾਂ ਸਟੋਰ ਕਰ ਸਕਦੇ ਹਾਂ। ਐਂਡ ਜਿੰਨੇ ਟੀਕੇ ਲਾਉਣੇ ਹੈਗੇ ਉਹਨੇ ਵਿੱਚੋਂ ਕੱਢ ਕੇ ਰੀਕਨਸਟੀਟਿਊਟ ਕਰਕੇ ਤੇ ਟੀਕੇ ਲਾ ਦਈਦੇ ਆ। ਓਕੇ, ਰਾਈਟ। ਐਂਡ ਬਾਕੀ ਫਰੀਜ਼ਰ ਦੇ ਵਿੱਚ ਹੀ ਰਹੂਗੀ, ਤਾਂ ਉਹ ਫਰੀਜ਼ਰ 'ਚ ਹੈਗੀ ਆ। ਹੁਣ ਅਸੀਂ ਲਾਉਣ ਨੂੰ ਸਾਰੇ ਤਿਆਰ ਹੈਗੇ ਆ। ਐਂਡ ਜਿਹੜੇ ਸਾਨੂੰ ਸਕੈਜੂਲ ਮਿਲਿਆ ਹੈਗਾ ਉਹਦਾ ਇਹ ਹੈਗਾ ਕਿ ਸਭ ਤੋਂ ਦੇਖਣਾ ਪੈਣਾ ਕਿ ਰਿਸਕ ਦੇ ਹਿਸਾਬ ਦੇ ਨਾਲ ਲਾਈਏ। ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਰਿਸਕ ਹੈਗਾ, ਯਾਨੀ ਕਿ ਆਪਣੇ ਜਿਹੜੇ ਬਜ਼ੁਰਗ ਹੈਗੇ ਆ, ਸਪੈਸ਼ਲੀ ਨਰਸਿੰਗ ਹੋਮ 'ਚ 1000 ਬੰਦੇ ਤੋਂ ਜ਼ਿਆਦਾ ਮੌਤ ਹੋਈ ਹੈਗੀ ਆ ਇਸ ਪਿਛਲੇ ਸਾਲ ਦੇ ਵਿੱਚ। 60% ਬਜ਼ੁਰਗ ਸੀਗੇ ਜਿਹੜੇ ਨਰਸਿੰਗ ਹੋਮ 'ਚ ਸੀਗੇ। ਸੋ ਆਪਣੀ ਪ੍ਰਾਇਓਰਿਟੀ ਇਨਸਾਨੀਅਤ ਦੇ ਤੌਰ 'ਤੇ ਹੋਣੀ ਚਾਹੀਦੀ ਕਿ ਉਹਨਾਂ ਦਾ ਬਚਾਅ ਕਰੀਏ। ਸੋ ਧੜ ਉਹਨਾਂ ਦੇ ਸਾਰਿਆਂ ਦੇ ਇੰਜੈਕਸ਼ਨ ਲੱਗ ਰਹੇ ਹੈਗੇ ਆ। ਨਰਸਿੰਗ ਹੋਮ ਪ੍ਰਾਇਓਰਿਟੀ ਹੈਗੀ ਆ, ਨਰਸਿੰਗ ਹੋਮ ਸਟਾਫ ਜਿਹੜੀ ਆ ਉਹ ਵੀ ਪ੍ਰਾਇਓਰਿਟੀ ਆ। ਸੋ ਜਦੋਂ ਉਹਨਾਂ ਦੇ ਸਾਰਿਆਂ ਦੇ ਲੱਗ ਗਏ, ਦੈਨ ਨੈਕਸਟ ਹੈਗੇ ਜਿਹੜੇ ਕਿ ਐਮਰਜੈਂਸੀ ਡਾਕਟਰਸ ਹੈਗੇ ਆ, ਜਾਂ ICU ਡਾਕਟਰਸ, ਸਟਾਫ, ਕਲੀਨਿੰਗ ਸਟਾਫ, ਜੋ ਵੀ ਉਸ ਏਰੀਆ 'ਚ ਕੰਮ ਕਰਦੇ ਹੈਗੇ ਆ, ਫਰੰਟ ਲਾਈਨ ਵਰਕਰਸ ਜਿਹੜੇ ਹੌਸਪੀਟਲ ਸਟਾਫ ਦੇ ਹੈਗੇ ਆ, ਉਹਨਾਂ ਦੇ ਲੱਗਣੇ ਆ। ਸੋ ਜਨਵਰੀ ਦਾ ਮਹੀਨਾ ਲੰਘ ਜਾਣਾ ਇਹਨਾਂ ਨੂੰ ਸਾਰਿਆਂ ਨੂੰ ਕਵਰ ਕਰਦਿਆਂ ਨੂੰ, ਰਾਈਟ। ਅੱਬਲ ਤਾਂ ਫਰਵਰੀ ਦੇ ਸਟਾਰਟ ਤੱਕ ਵੀ ਸ਼ਾਇਦ ਟਾਈਮ ਲੱਗ ਜਾਵੇ। ਨੈਕਸਟ ਆਉਣੀ ਹੈਗੇ ਜਿਹੜੇ ਕਿ ਆਪਣੇ ਬਾਹਰ ਕਮਿਊਨਿਟੀ ਦੇ ਵਿੱਚ ਫਰੰਟ ਲਾਈਨ ਵਰਕਰਸ ਹੈਗੇ ਆ, ਸਪੈਸ਼ਲੀ ਦ ਹੈਲਥ ਕੇਅਰ ਵਰਕਰਸ। ਉਹਨਾਂ ਦੀ ਪ੍ਰਾਇਓਰਟੀ ਹੈ ਕਿ ਜੇ ਆਪਾਂ ਉਹਨਾਂ ਨੂੰ ਸੇਫ ਰੱਖ ਸਕਦੇ, ਜੇ ਬਾਕੀ ਲੋਕੀ ਬਿਮਾਰ ਹੁੰਦੇ ਐਟਲੀਸਟ ਆਪਣੀ ਦੇਖਭਾਲ ਕਰਨ ਵਾਲੇ ਹੈਗੇ ਆ। ਸੋ ਫਰਵਰੀ 'ਚ ਉਹਨਾਂ ਦੀ ਵਾਰੀ ਆਉਣੀ ਆ। ਦੈਨ ਮਾਰਚ 'ਚ ਫਿਰ ਆਪਣੇ ਬਜ਼ੁਰਗ ਜਿਹੜੇ ਕਮਿਊਨਿਟੀ 'ਚ ਹੈਗੇ ਆ, ਫਿਰ ਉਹਨਾਂ ਦੀ ਵਾਰੀ ਆਊਗੀ। ਐਂਡ ਮਾਰਚ 'ਚ ਸਾਨੂੰ ਸਕੈਜੂਲ ਦਿੱਤਾ ਗਿਆ ਹੈਗਾ ਕਿ 80 ਸਾਲ ਤੋਂ ਉੱਪਰ ਜਿਹਨਾਂ ਦੀ ਉਮਰ ਹੈਗੀ ਆ, ਕਮਿਊਨਿਟੀ 'ਚ ਰਹਿ ਰਹੇ ਹੈਗੇ ਆ, ਫਿਰ ਉਹਨਾਂ ਦੀ ਵਾਰੀ ਆ। ਐਂਡ ਦੈਨ ਅੰਦਾਜ਼ਾ ਹੈਗਾ ਕਿ ਹਰ 2-3 ਹਫ਼ਤੇ ਬਾਅਦ 5 ਸਾਲ ਦੀ ਜਿਹੜੀ ਲਿਮਿਟ ਹੈਗੀ ਆ ਉਹ ਘਟਾਈ ਜਾਊਗੀ। ਸੋ ਮਾਰਚ ਦੇ ਐਂਡ ਤਾਈਂ 75+, ਫਿਰ 70+, ਇੱਦਾਂ ਜਾਣਗੇ ਜੀ। ਜਿਹੜੀ ਯੰਗ ਹੈਲਥੀ 19-20-25 ਸਾਲ ਦੇ ਹੈਗੇ ਆ, ਉਹਨਾਂ ਦੀ ਵਾਰੀ ਜਾ ਕੇ ਸਪਟੰਬਰ 'ਚ ਆਊਗੀ। ਸੈਕਿੰਡ ਚੀਜ਼ ਹੈਗੀ ਹੈ ਕਿ ਆਪਣੀ ਜਿਹੜੀ ਵੈਕਸੀਨ ਦੀ ਡਿਲੀਵਰੀ ਹੈ, ਵੈਕਸੀਨ ਹੋਰ ਤੁਹਾਨੂੰ ਪਹੁੰਚ ਜਾਊਗੀ। ਐਂਡ ਹੁਣ ਆਪਾਂ ਯੂਜ਼ ਟੂ ਹੋ ਗਏ ਹੈਗੇ ਆ ਕਿ ਇਹਨੂੰ ਹੈਂਡਲ ਕਿਸ ਤਰ੍ਹਾਂ ਕਰਨਾ। ਸੋ ਥੋੜ੍ਹੀ ਇੰਜੈਕਸ਼ਨ ਲਾਉਣ ਦੀ ਸਪੀਡ ਵੀ ਵੱਧ ਜਾਣੀ ਹੈਗੀ ਆ ਜੀ। ਤੇ ਜਦੋਂ ਅਨਾਉਂਸ ਕੀਤਾ ਕਿ ਵੈਕਸੀਨ ਆ ਰਹੀ ਆ, ਉਦੋਂ ਸਾਨੂੰ ਨੋਟਿਸ ਮਿਲਿਆ ਹੈਗਾ 1 ਹਫ਼ਤੇ ਦਾ ਕਿ ਹੁਣ ਸਿਸਟਮ ਤਿਆਰ ਕਰ ਲਓ, ਓਕੇ, ਟੀਕੇ ਲਾਉਣੇ ਸ਼ੁਰੂ ਕਰ ਦੇਣੇ ਆ। ਇਹ 1 ਹਫ਼ਤੇ ਵਿੱਚ ਜਿੰਨਾ ਵੀ ਆਪਾਂ ਨੂੰ ਮੈਨ ਪਾਵਰ ਦੀ ਲੋੜ ਹੁੰਦੀ ਉਹ ਤਿਆਰ ਨਹੀਂ ਹੁੰਦਾ, ਟਾਈਮ ਲੱਗਦਾ ਹੈਗਾ। ਸੋ ਇੰਜੈਕਸ਼ਨ ਤਾਂ ਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ, ਨਾਲ ਦੀ ਨਾਲ ਆਪਾਂ ਸਿਸਟਮ ਵੀ ਤਿਆਰ ਕਰ ਰਹੇ ਹੈਗੇ ਆ ਕਿ ਜਿੰਨੇ ਲੋਕਾਂ ਤਾਈਂ ਪਹੁੰਚਣਾ ਚਾਹੀਦਾ ਪਹੁੰਚ ਜਾਈਏ। ਜਿਹੜੀ ਮੋਡਰਨਾ ਵੈਕਸੀਨ ਹੈਗੀ ਆ, ਉਹਦੇ ਕਲੋਸ ਟੂ ਮੇਰੇ ਖਿਆਲ 50,000 ਡੋਸ ਆਏ ਹੈਗੇ ਆ। ਉਹ ਜਿਹੜੇ ਨਾਰਦਰਨ ਛੋਟੇ ਟਾਊਨ ਹੈਗੇ ਆ, ਉਹਨਾਂ ਨੂੰ ਪਹੁੰਚਾਉਣ ਲਈ ਥੋੜ੍ਹੇ ਸੌਖਾ ਹੈਗਾ। ਸੋ ਉੱਥੇ ਨੂੰ ਭੇਜੇ ਗਏ ਆ, 2 ਡੋਸ ਉਹਨਾਂ ਦੇ ਭੇਜ ਦਿੱਤੇ ਆ। ਸੋ ਇਹ ਨਹੀਂ ਗਾ ਕਿ 1 ਡੋਸ ਉਹਦਾ ਲੱਗ ਗਿਆ ਤਾਂ ਫਿਰ ਦੇਖੀ ਜਾਊਗੀ ਜੇ ਮੋਡਰਨ ਵਾਲਿਆਂ ਨੇ ਨਾ ਪਹੁੰਚਾਇਆ। ਸੋ ਉਹਨਾਂ ਨੂੰ ਤਾਂ ਪੱਕਾ ਹੋ ਗਿਆ। ਜਿਹੜੀ ਫਾਈਜ਼ਰ ਵਾਲੀ ਆ,
ਇਹਦਾ ਆਪਾਂ ਨੂੰ ਪਤਾ ਹੈਗਾ ਕਿ ਸੈਕੰਡ ਡੋਜ਼ ਆ ਜਾਣਾ ਆ, ਕੋਈ ਦਿੱਕਤ ਨਹੀਂ ਹੈਗੀ, ਕੋਈ ਰੁਕਾਵਟ ਨਹੀਂ ਆਉਣੀ। ਸੋ ਤੁਹਾਡਾ ਪਹਿਲਾ ਡੋਜ਼ ਲਾਈ ਜਾ ਰਹੇ ਆ, ਉਹਦੇ ਨਾਲ ਵੀ ਆਪਾਂ ਨੂੰ 92% ਇਫੈਕਟਿਵਨੈਸ ਹੈਗੀ ਆ ਜੀ। ਜਿਹੜਾ ਸੈਕੰਡ ਡੋਜ਼ ਆਉਣਾ ਆ ਉਹ ਹੁਣ ਡਾਕਟਰ ਹੈਨਰੀ ਨੇ ਅਨਾਉਂਸ ਕੀਤਾ ਸੀਗਾ ਕਿ 35 ਦਿਨ ਬਾਅਦ ਲਾਵਾਂਗੇ, ਰਾਈਟ। 35 ਦਿਨ ਬਾਅਦ ਜਦੋਂ ਸੈਕੰਡ ਡੋਜ਼ ਲੱਗ ਜਾਣਾ ਉਹਦੇ ਨਾਲ ਫਿਰ 95.5% ਇਫੈਕਟਿਵਨੈਸ ਹੈਗੀ ਆ। ਐਂਡ ਪਲੱਸ ਉਹਦੇ ਨਾਲ ਜਿਹੜੀ ਆਪਣੀ ਐਂਟੀਬਾਡੀ ਬਣਾਉਣ ਦੀ ਪਾਵਰ ਹੈਗੀ ਆ ਉਹ ਲੰਬੀ ਹੋ ਜਾਣੀ ਆ, ਫਿਰ ਲੌਂਗ ਟਾਈਮ ਲਈ ਆਪਣੇ ਕੋਲ ਪ੍ਰੋਟੈਕਸ਼ਨ ਉਹਦਾ ਰਹਿ ਜਾਂਦੀ। ਡਾਕਟਰ ਜਵੰਦਾ, ਇਸ ਵੇਲੇ ਕੀ ਸਿਚੁਏਸ਼ਨ ਆ ਸਾਡੇ ਕੋਲ? ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਕਿ ਫਰਿੱਜਾਂ ਦੇ ਵਿੱਚ ਹੀ ਪਈ ਆ, ਲਾਉਣ ਵਾਲੇ ਬੰਦੇ ਹੈ ਨਹੀਂ। ਬੰਦੇ ਜ਼ਿਆਦਾ ਆ, ਵੈਕਸੀਨ ਪਿੱਛੇ ਘੱਟ ਆ, ਜਾਂ ਵੈਕਸੀਨ ਜ਼ਿਆਦਾ ਪਈ ਆ ਲਾਉਣ ਵਾਲੇ ਮੂਹਰੇ ਘੱਟ ਆ, ਜਾਂ ਬਿਲਕੁਲ ਠੀਕ ਚੱਲ ਰਿਹਾ, ਜਿੰਨੀ ਆ ਰਹੀ ਉਨੀ ਅੱਗੇ ਲੱਗ ਰਹੀ ਹੈ? ਆਈ ਥਿੰਕ ਜਿੰਨੀ ਆ ਰਹੀ ਉਨੀ ਲੱਗ ਰਹੀ ਹੈ। ਆਈ ਥਿੰਕ ਸ਼ੁਰੂ 'ਚ ਪਹਿਲਾਂ ਸੀਗਾ ਵੀ ਕਿਸ ਤਰ੍ਹਾਂ ਕੋਆਰਡੀਨੇਟ ਕਰਨਾ, ਕਿਹਦੇ ਲੱਗਣੇ ਨੇ, ਕਿਸ ਤਰ੍ਹਾਂ ਲੱਗਣੇ ਨੇ, ਕਿਸ ਤਰ੍ਹਾਂ ਰਜਿਸਟਰੀ ਕਰਨੀ, ਕਿ ਸਾਰਾ ਕੁਝ ਡਾਕੂਮੈਂਟ ਕਰਨਾ ਪੈਂਦਾ, ਕੰਪਿਊਟਰ 'ਚ ਪਾਉਣਾ ਪੈਂਦਾ, ਫਿਰ ਦੁਬਾਰਾ ਕਦੋਂ ਲੋਕਾਂ ਨੂੰ ਬੁਲਾਉਣਾ। ਬਟ ਸਾਨੂੰ ਐਕਚੁਅਲੀ ਤਾਂ ਮੈਸੇਜ ਆ ਗਿਆ ਸੀ ਐਂਡ ਆਫ ਦਸੰਬਰ ਵੀ ਜੇ ਤੁਸੀਂ ਵੈਕਸੀਨੇਟਰ ਬਣ ਸਕਦੇ ਹੋ ਪਲੀਜ਼ ਬਣੋ। ਸੋ ਜਨਵਰੀ 1 ਮੈਂ ਜਿਹੜਾ ਕੋਰਸ ਕੀਤਾ ਸੀ ਉਹ ਕਰ ਲਿਆ। ਜਨਵਰੀ 2 ਮੈਂ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਸੀ ਅਤੇ ਮੈਂ ਵੈਕਸੀਨ ਲੋਕਾਂ ਦੇ ਲਾ ਰਹੀ ਸੀ। ਫਰਾਈਡੇ ਮੈਂ ਸਰੀ ਮੈਮੋਰੀਅਲ ਹਸਪੀਟਲ ਫਿਰ ਜਾ ਰਹੀ ਹਾਂ। ਮੈਂ ਫਿਰ ਸਿਸਟਮ ਡੈਫੀਨਿਟਲੀ ਟਾਈਮ ਦੇ ਨਾਲ ਬੈਟਰ ਹੋ ਰਿਹਾ ਅਤੇ ਉਹਨਾਂ ਸਿਸਟਮ ਨੂੰ ਫੋਲੋ ਕਰਨੇ ਪਹਿਲਾਂ ਲੌਂਗ ਟਰਮ ਕੇਅਰ ਜਿਵੇਂ ਡਾਕਟਰ ਸੰਗੇਰਾ ਨੇ ਕਿਹਾ ਹੋਇਆ। ਸੋ ਮੈਨੂੰ ਲੱਗਦਾ ਹੁਣ ਕਾਫੀ ਤੇਜ਼ੀ ਨਾਲ ਹੋ ਰਿਹਾ ਕੰਮ। ਜਿੰਨੀਆਂ ਵੈਕਸੀਨ ਆ ਰਹੀਆਂ ਨੇ ਉਨੀ ਅਸੀਂ ਲਾਈ ਜਾਂਦੇ। ਆਈ ਥਿੰਕ BC ਦਾ ਅੱਜ ਏਡਰੀਅਨ ਡਿਕਸ ਨੇ ਕਿਹਾ ਸੀ 60,000 ਵੈਕਸੀਨਸ ਲੱਗ ਚੁੱਕੀਆਂ। ਤੇ ਇਦਾਂ ਦੇ ਲੋਕ ਵੀ ਆ ਜਿਹੜੇ ਲਵਾਉਣੇ ਨਹੀਂ ਚਾਹੁੰਦੇ, ਲੋਕਾਂ ਨੂੰ ਇਹ ਡਰ ਸੀਗਾ ਵੀ ਏਡੀ ਜਲਦੀ ਤਾਂ ਵੈਕਸੀਨ ਬਣਦੀ ਨਹੀਂ ਹੁੰਦੀ ਹੈ, ਕਾਲੀ ਕਾਲੀ ਬਣਾ ਲਈ ਆ। ਹਾਂਜੀ ਬਿਲਕੁਲ, ਮੈਨੂੰ ਤਾਂ ਫੋਨ ਕਾਲ ਆਉਂਦੇ 2-3 ਆਏ ਸੀ ਵੀ ਸਾਡਾ ਸਕੈਜੂਲ ਹੈਗਾ, ਲੌਂਗ ਟਰਮ ਕੇਅਰ ਵਰਕਰਸ ਨੇ ਵੀ ਸਾਡਾ ਸਕੈਜੂਲ ਹੈਗਾ, ਅਸੀਂ ਲਾਈਏ ਨਹੀਂ ਲਾਈਏ। ਅਤੇ ਮੈਂ ਕਿਹਾ ਤੁਹਾਨੂੰ ਬਿਲਕੁਲ ਆਉਣਾ ਚਾਹੀਦਾ। ਅਤੇ ਲੋਕਾਂ ਦਾ ਡਰ ਕੀ ਹੈਗਾ ਵੀ ਇਹ ਵੈਕਸੀਨ ਤੇਜ਼ੀ ਨਾਲ ਬਣੀ ਹੈ, ਸੇਫ ਹੈ ਨਹੀਂ ਸੇਫ। ਬਟ ਇਹ ਵੈਕਸੀਨ ਤੇਜ਼ੀ ਨਾਲ ਬਿਲਕੁਲ ਨਹੀਂ ਬਣੀ। ਇਹ ਜਿਹੜੀ ਇਹਦੀ ਟੈਕਨੋਲੋਜੀ ਹੈਗੀ ਇਹ 10 ਸਾਲ ਪੁਰਾਣੀ ਹੈਗੀ। ਇਹਨੂੰ ਯੂਜ਼ ਕੀਤਾ ਹੋਇਆ ਜੀਨ ਥੈਰੇਪੀ ਦੇ ਵਿੱਚ ਕੈਂਸਰ ਟਰੀਟਮੈਂਟ ਵਾਸਤੇ। ਇਹ ਹੈਗੀ mRNA ਵੈਕਸੀਨ ਅਤੇ ਇਹ ਹੈਗੀ ਵੀ ਇਹਨਾਂ ਨੇ ਛੇਤੀ, ਜਿਵੇਂ ਲੱਗਦਾ ਵੀ ਛੇਤੀ 'ਚ ਬਣਾਈ ਹੈ ਬਿਕਾਜ਼ ਸਾਰੀ ਦੁਨੀਆ ਦਾ ਅਟੈਂਸ਼ਨ ਫੋਕਸ ਰਿਸਰਚ ਸੀਗਾ ਵੀ ਆਪਾਂ ਇਹਨੂੰ ਫਟਾਫਟ ਬਣਾਈਏ ਪਈ ਲਾਈਫ ਬੈਕ ਲਈਏ। ਅਤੇ ਇਹ ਕੀ ਹੈਗਾ ਵੀ ਇਹ ਹੈਗੀ mRNA ਵੈਕਸੀਨ। ਸੋ ਜਿਹੜੀ ਸਪਾਈਕ ਪ੍ਰੋਟੀਨ ਹੈਗੀ ਕਰੋਨਾ ਵਾਇਰਸ ਦੇ ਉੱਤੇ ਜਿਹਦੇ ਨਾਲ ਅਸੀਂ ਬਿਮਾਰ ਹੁੰਦੇ ਹਾਂ ਉਹ ਦੇ ਇਹਨਾਂ ਨੇ ਸੀਕੁਐਂਸ ਕੀਤਾ ਹੋਇਆ ਵੀ ਇਹ ਇਸ ਤਰ੍ਹਾਂ ਲੱਗਦੀ ਹੈ। ਉਹ ਜਿਹੜੀ mRNA ਆ ਉਹ ਤੁਹਾਡੇ ਇੰਜੈਕਸ਼ਨ ਦੇ ਵਿੱਚ ਜਾ ਕੇ ਫਿਰ ਤੁਹਾਡੀ ਬਾਡੀ ਦੇਖਦੀ ਵੀ ਹਾਂ ਇਹ ਤਾਂ ਆਪਾਂ ਪ੍ਰੋਟੀਨ ਕਦੇ ਦੇਖਿਆ ਨਹੀਂ, ਹੁਣ ਕੀ ਕਰੀਏ। ਫਿਰ ਬਾਡੀ ਤੁਹਾਡੀ ਐਂਟੀਬਾਡੀ ਬਣਾਉਂਦੀ ਹੈ ਅਤੇ ਉਹ ਫਿਰ ਤਿਆਰ ਹੁੰਦੀ ਹੈ ਵੀ ਜੇ ਕਦੇ ਕਰੋਨਾ ਵਾਇਰਸ ਤੁਹਾਡੇ ਜਿਸਮ 'ਚ ਆਇਆ ਉਹ ਫਾਈਟ ਕਰ ਸਕਦੇ ਆ। ਸੋ ਬਿਲਕੁਲ ਸੇਫ ਹੈਗੀ, ਇਹਦਾ ਕੋਈ ਦਿੱਕਤ ਨਹੀਂ ਇਲਾਜ। ਅਤੇ ਦੂਜੀ ਗੱਲ ਹੈ ਜੇ ਆਪਾਂ ਸੋਚਦੇ ਹਾਂ ਵੀ ਇਹਦੇ 'ਚ ਕੋਈ ਪੋਰਕ ਹੋਵੇ, ਇਹਦੇ 'ਚ ਕੋਈ ਕਾਓ ਬੋਵਾਈਨ ਹੋਵੇ ਜਾਂ ਕੋਈ ਫੀਟਲ ਹੋਵੇ, ਕੁਛ ਵੀ ਨਹੀਂ ਹੈਗਾ। ਇਟ ਇਜ਼ ਅਪਰੂਵਡ ਬਾਈ ਯੂਨਾਈਟਿਡ ਅਰਬ ਐਮਿਰੇਟਸ ਫਤਵਾ ਕਾਊਂਸਲ, ਬਾਈ ਦ ਜੂਇਸ਼ ਕਾਊਂਸਲ, ਵੀਗਨ ਕਾਊਂਸਲ। ਬਿਲਕੁਲ ਸੇਫ ਹੈਗੀ ਇਹ ਵੈਕਸੀਨ। ਇੱਕ ਜਿਹੜੀ ਸ਼ੁਰੂ 'ਚ ਸਮੱਸਿਆ ਆਈ ਸੀ, ਕਹਿੰਦੇ ਸੀ ਇੰਗਲੈਂਡ ਦੇ ਵਿੱਚ ਸ਼ਾਇਦ ਕਿ ਉਹਨਾਂ ਨੂੰ ਕੋਈ ਰਿਐਕਸ਼ਨ ਹੋ ਗਿਆ ਅਤੇ ਉਹ ਕਹਿੰਦੇ ਵੀ ਜਿਹਨੂੰ ਕੋਈ ਸਮੱਸਿਆ ਹੈਗੀ ਉਹ ਨਹੀਂ ਲਵਾ ਸਕਦੇ, ਐਲਰਜੀ ਆ, ਉਹ ਕੀ ਮਾਮਲਾ ਸੀ? ਸੋ ਉਹ ਮਾਮਲਾ ਹੈਗਾ ਉਹਨਾਂ ਨੇ ਹੋਇਆ ਵੀ ਜਿਹੜੇ ਲੋਕਾਂ ਨੂੰ ਐਨਾਫਿਲੈਕਟਿਕ ਰਿਐਕਸ਼ਨ ਹੁੰਦੀ ਵੀ ਜਿਹਨਾਂ ਕੋਲ ਐਪੀਪੈਨ ਹੁੰਦਾ ਵੀ ਉਹ ਥੋੜ੍ਹਾ ਜਿਹਾ ਧਿਆਨ ਰੱਖਣ। ਬਟ ਹੈਲਥ ਕੈਨੇਡਾ ਨੇ ਕਿਹਾ ਹੋਇਆ ਵੀ ਜੇ ਤੁਹਾਨੂੰ ਵੈਕਸੀਨ ਦੇ ਕੰਪੋਨੈਂਟ ਤੋਂ ਕੋਈ ਐਲਰਜੀ ਹੈ ਅਤੇ ਉਹ ਲੱਗਦਾ ਹੈਗਾ ਕੰਪੋਨੈਂਟ ਹੈਗਾ ਪੋਲੀਐਥੀਲੀਨ ਗਲਾਈਕੋਲ, ਜੇ ਉਹਦੇ ਨਾਲ ਕੋਈ ਐਲਰਜਿਕ ਰਿਐਕਸ਼ਨ ਹੈ ਫਿਰ ਨਹੀਂ ਲਵਾਓ। ਬਟ ਜਦੋਂ ਮੈਂ ਲਾਏ ਨੇ ਵੈਕਸੀਨ ਲੋਕਾਂ ਦੇ, ਅਸੀਂ ਕਹਿੰਦੇ ਹਾਂ 15 ਮਿੰਟ ਆਪਾਂ ਤੁਹਾਨੂੰ ਦੇਖਣਾ ਅਤੇ ਫਿਰ ਜੇ ਤੁਸੀਂ 15 ਮਿੰਟਾਂ ਬਾਅਦ ਠੀਕ ਹੋ ਯੂਰ ਫਾਈਨ। ਸੋ ਵੀਰ ਜੀ ਜਿਹੜੇ ਨੇ ਪੋਲੀਐਥੀਲੀਨ ਗਲਾਈਕੋਲ ਡਾਕਟਰ ਜਵੰਦਰ ਨੇ ਦੱਸਿਆ ਹੈਗਾ ਕਾਫੀ ਕਾਮਨ ਮਟੀਰੀਅਲ ਹੈਗਾ। ਅੱਛਾ ਜੀ। ਐਂਡ ਕਈ ਹੋਰ ਜਿੱਦਾਂ ਕਈ ਲੈਕਸਟਿਵ ਹੈਗੇ ਉਹਦੇ ਵਿੱਚ ਐਥੀਲੀਨ ਗਲਾਈਕੋਲ ਪਾਇਆ ਹੈਗਾ। ਲੇਡੀਜ਼ ਦੀ ਮੇਕਅਪ ਲਿਪਸਟਿਕ ਵਗੈਰਾ ਹੈਗੀ ਉਹਦੇ ਵਿੱਚ ਵੀ ਪੋਲੀਐਥੀਲੀਨ ਗਲਾਈਕੋਲ ਹੁੰਦਾ। ਓਕੇ ਰਾਈਟ। ਸੋ ਬਹੁਤ ਕਾਮਨ ਹੈ, ਬਹੁਤ ਕਾਮਨ ਹੈਗਾ। ਐਂਡ ਜੇ ਲੋਕੀ ਉਹ ਚੀਜ਼ਾਂ ਆਲਰੇਡੀ ਯੂਜ਼ ਕਰਦੇ ਆ ਤਾਂ ਨਹੀਂ ਕੋਈ ਰਿਐਕਸ਼ਨ ਹੋਇਆ, ਸੋ ਇਸ ਚੀਜ਼ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ। ਮੇਨ ਗੱਲ ਤਾਂ ਇਹ ਹੈਗੀ ਆ ਕਿ ਕਾਫੀ ਰੇਅਰ ਆ। ਹੁਣ ਨਾਲੇ ਆਪਾਂ ਦੇਖ ਰਹੇ ਕਿ ਦੁਨੀਆ ਦੇ ਵਿੱਚ ਮੇਰੇ ਖਿਆਲ ਲਗਭਗ 10 ਮਿਲੀਅਨ ਇੰਜੈਕਸ਼ਨ ਤਾਂ ਲੱਗ ਗਏ ਹੋਣੇ। 10 ਮਿਲੀਅਨ ਦੇ ਵਿੱਚੋਂ ਹੁਣ ਵੱਧ ਤੋਂ ਵੱਧ ਅੱਜ ਤੱਕ ਮੇਰੇ ਖਿਆਲ ਦਰਜਨ ਕੇਸਿਸ ਆਏ ਹੈਗੇ ਜਿਨ੍ਹਾਂ ਦੇ ਕੋਈ ਰਿਐਕਸ਼ਨ ਹੈਗਾ, ਵਿਚ ਇਜ਼ ਮਾਈਨਰ। ਦੂਜੀ ਗੱਲ ਕਈ ਲੋਕਾਂ ਨੂੰ ਹੈਗਾ ਵੀ ਇਨਫਰਟੀਲਿਟੀ ਨੂੰ ਇਸ਼ੂ ਹੈਗਾ ਜਾਂ ਇੰਪੋਟੈਂਸ ਤੇ ਸਗੋਂ ਜੇ ਤੁਹਾਨੂੰ ਕੋਵਿਡ ਹੋਵੇ ਉਹ ਤੁਹਾਨੂੰ ਟਰਬਲ ਦੇ ਸਕਦਾ ਇੰਪੋਟੈਂਸੀ ਦੇ ਵਿੱਚ ਤੇ ਫਰਟੀਲਿਟੀ ਦੇ ਵਿੱਚ ਵੀ।
ਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਜਾਂ ਬ੍ਰੈਸਟ ਫੀਡਿੰਗ ਨੇ ਉਹਨਾਂ ਲਈ ਸੇਫ ਹੈ ਇਹ ਵੈਕਸੀਨ? ਇਹ ਬੜੀ ਪਰਸਨਲ ਚੋਇਸ ਹੈਗੀ, ਤੁਹਾਨੂੰ ਆਪਣੇ ਡਾਕਟਰ ਨਾਲ discuss ਕਰਨਾ ਪੈਂਦਾ। ਬਟ ਮੈਂ ਇੱਕ ਗਰੁੱਪ ਦੇ ਵਿੱਚ ਆ ਜਿੱਥੇ ਕੈਨੇਡੀਅਨ ਫਿਜ਼ੀਸ਼ੀਅਨਸ ਫੀਮੇਲ ਫਿਜ਼ੀਸ਼ੀਅਨਸ ਨੇ, ਤੇ ਉਹਨਾਂ ਨੇ ਪੋਸਟ 3-4 ਨੇ ਕੀਤਾ ਹੋਇਆ ਵੀ ਉਹ ਬਿਲਕੁਲ ਫਰੰਟ ਲਾਈਨ ਵਰਕਰਸ ਨੇ, ਤੇ ਉਹਨਾਂ ਨੇ ਵੈਕਸੀਨ ਲਵਾਈ ਆ ਵਾਈਲ ਦੇਰ ਪ੍ਰੈਗਨੈਂਟ। ਜੀ, ਇੱਕ ਡਾਕਟਰ ਸਾਹਿਬ ਦੱਸਿਓ ਜਿਹੜੀ ਇਹਦੀ ਟਾਸਕ ਫੋਰਸ ਆ ਕੋਵਿਡ-19 ਦੀ, ਇਹ ਕੀ ਹੈ? ਇਹਦੇ ਬਾਰੇ ਅਸੀਂ ਗੱਲਬਾਤ ਸੁਣਦੇ, ਇਹਦੇ ਬਾਰੇ ਥੋੜ੍ਹਾ ਸਾਨੂੰ ਐਲੈਬੋਰੇਟ ਕਰਿਓ ਜੀ। ਸ਼ੋਰ। ਸੋ ਜਿਹੜੀ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਬਣਾਈ ਗਈ ਹੈਗੀ ਹੈ, ਸ਼ੁਰੂ ਐਕਚੁਅਲੀ ਓਨਟਾਰੀਓ 'ਚੋਂ ਹੋਈ ਆ। ਅੱਛਾ ਜੀ। ਐਂਡ ਓਨਟਾਰੀਓ ਦੇ ਵਿੱਚ ਉਹਨੇ ਪਹਿਲਾਂ ਦੇਖਿਆ ਸੀਗਾ ਕਿ ਉੱਥੇ ਕਾਫੀ ਪ੍ਰੋਬਲਮਸ ਆ ਰਹੀਆਂ ਸੀਗੀਆਂ, ਜਿਹੜੇ ਮੈਸੇਜ ਨਹੀਂ ਪੂਰਾ ਪਹੁੰਚ ਰਿਹਾ ਆਪਣੇ ਕੋਵਿਡ ਬਾਰੇ, ਜਾਂ ਕੋਈ ਸਪੋਰਟਸ ਨਹੀਂ ਹੈਗੀਆਂ ਸੀਗੀਆਂ, ਟੈਸਟਿੰਗ ਫੈਸਿਲਿਟੀਜ਼ ਬਰੈਂਪਟਨ ਦੇ ਵਿੱਚ ਟੈਸਟਿੰਗ ਫੈਸਿਲਿਟੀਜ਼ ਹੈ ਨਹੀਂ ਸੀ, ਆਈਸੋਲੇਸ਼ਨ ਫੈਸਿਲਿਟੀਜ਼ ਹੈ ਨਹੀਂ ਸੀ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਸੀ ਉੱਥੇ, ਐਂਡ ਆਪਾਂ ਨੂੰ ਐਡਵੋਕੇਟ ਕਰਨਾ ਪੈਂਦਾ ਹੈਗਾ ਪ੍ਰੋਪਰਲੀ। ਸੋ ਉੱਥੇ ਦੇ ਜਿਹੜੇ ਓਨਟਾਰੀਓ 'ਚ ਆਪਣੇ ਸਾਊਥ ਏਸ਼ੀਅਨ ਡਾਕਟਰ ਸੀਗੇ, ਉਹਨੇ ਗਰੁੱਪ ਬਣਾਇਆ ਹੈਗਾ ਕੋਵਿਡ ਟਾਸਕ ਫੋਰਸ, ਐਂਡ ਉਹਨੇ ਫਿਰ ਹੌਲੀ ਹੌਲੀ ਮੈਸੇਜ ਤਿਆਰ ਕੀਤੇ ਹੈਗੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੈਗੇ ਆ, ਕਿਹੜੇ ਪ੍ਰੋਟੋਕਾਲ ਫੋਲੋ ਕਰਨੇ ਚਾਹੀਦੇ, ਕੀ ਗਾਈਡਲਾਈਨ ਹੋਣੀ ਚਾਹੀਦੀ ਆ। ਉੱਥੇ ਦੇ ਗਵਰਨਮੈਂਟ ਦੇ ਨਾਲ ਫਿਰ ਮੀਟਿੰਗਸ ਕੀਤੀਆਂ, ਐਂਡ ਬਰੈਂਪਟਨ ਦੇ ਵਿੱਚ ਮਿਸਿਸਾਗਾ ਦੇ ਵਿੱਚ ਫਿਰ ਟੈਸਟਿੰਗ ਫੈਸਿਲਿਟੀਜ਼ ਆਈਆਂ, ਆਈਸੋਲੇਸ਼ਨ ਫੈਸਿਲਿਟੀਜ਼ ਆਈਆਂ। ਸੇਮ ਅਸੀਂ ਇੱਥੇ ਦੇਖ ਰਹੇ ਸੀ ਕਿ ਇਕੱਲੇ ਤਾਂ ਅਸੀਂ ਨੱਠ ਭੱਜ ਬਥੇਰੀ ਕਰ ਰਹੇ ਹੈਗੇ, ਪਰ ਮੈਸੇਜ ਪਹੁੰਚ ਨਹੀਂ ਰਿਹਾ। ਸੋ ਅਸੀਂ ਇੱਥੇ ਵੀ ਹੁਣ ਡਾਕਟਰਾਂ ਨੇ ਨਾਲ ਸੰਬੰਧ ਰੱਖੇ ਹੈਗੇ ਆ ਕਿ ਮੈਸੇਜ ਪ੍ਰੋਪਰਲੀ ਅਸੀਂ ਵੀ ਪਹੁੰਚਾ ਸਕਦੇ ਹਾਂ। ਐਂਡ ਜਦੋਂ ਸਾਥ ਇੱਕ ਦੂਜੇ ਦਾ ਦਿੰਦੇ ਸਾਰੇ, ਦੈਨ ਕਈ ਕੁਛ ਹੋ ਜਾਂਦਾ। ਹੁਣ ਅਸੀਂ ਇੱਥੇ BC CDC ਵਾਲੇ ਜਿਹੜੇ ਡਾਕਟਰਸ ਹੈਗੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਆ, ਫਰੇਜ਼ਰ ਹੈਲਥ ਨਾਲ ਗੱਲ ਕੀਤੀ ਹੈਗੀ ਆ, ਐਂਡ ਅਸੀਂ ਚਾਹੁੰਦੇ ਕਿ ਹੋਰ ਵੈਨਕੂਵਰ ਕੋਸਟਲ ਦੇ ਨਾਲ ਵੀ, ਮਿਨਿਸਟਰੀ ਆਫ ਹੈਲਥ ਦੇ ਨਾਲ ਵੀ ਗੱਲ ਕੀਤੀ ਜਾਵੇ, ਮੀਡੀਆ ਦੇ ਨਾਲ ਗੱਲ ਕੀਤੀ ਜਾਵੇ, ਜਿਹੜੀ ਕਿ ਅਸੀਂ ਜਿੰਨਾ ਵੀ ਮੈਕਸਿਮਮ ਮੈਸੇਜ ਪਹੁੰਚਾ ਸਕਦੇ ਹਾਂ ਪਬਲਿਕ ਤਾਈਂ ਆਪਣੀ ਕਮਿਊਨਿਟੀ ਲਈ। ਮੈਸੇਜ ਪਹੁੰਚਣਾ ਚਾਹੀਦਾ ਪੰਜਾਬੀ 'ਚ, ਹਿੰਦੀ 'ਚ, ਉਰਦੂ 'ਚ, ਬੰਗਾਲੀ 'ਚ, ਗੁਜਰਾਤੀ 'ਚ, ਤਾਮਿਲ 'ਚ, ਐਂਡ ਸ਼੍ਰੀਲੰਕਨ, ਰਾਈਟ। ਸੋ ਜੋ ਜਿੱਥੋਂ ਵੀ ਕਿਸੇ ਨੂੰ ਮੈਸੇਜ ਪ੍ਰੋਪਰਲੀ ਮਿਲੂਗਾ, ਦੈਨ ਓਬਵੀਅਸਲੀ ਫਿਰ ਆਪਣੇ ਆਪ ਦਾ ਬਚਾਅ ਕਰ ਸਕਦੇ ਆ। ਕਾਫੀ ਲੋਕੀ ਹੈਗੇ ਜਿਹੜੇ ਕਿ ਇੰਗਲਿਸ਼ ਇਨਫ ਸਮਝਦੇ ਆ ਜੀ, ਐਂਡ ਰੂਲ ਫੋਲੋ ਕਰ ਲੈਂਦੇ। ਜੀ, ਕੁਛ ਲੋਕਾਂ ਨੂੰ ਰੂਲ ਫੋਲੋ ਕਰਨ ਦੀ ਚਾਹ ਹੈਗਾ, ਪਰ ਪਤਾ ਨਹੀਂ ਕਿ ਰੂਲ ਕਿਹੜੇ ਫੋਲੋ ਕਰਨੇ, ਨਾ ਉਹਨੂੰ ਪਤਾ ਕਿ ਕਿੱਦਾਂ ਫੋਲੋ ਕਰਨੇ ਆ। ਸੋ ਉਹਨਾਂ ਦੇ ਉਹ ਮੈਸੇਜ ਜਿਹੜਾ ਉਹ ਆਪਾਂ ਮਿਸ ਕਰ ਰਹੇ ਹੈਗੇ ਆ। ਕੁਛ ਲੋਕੀ ਹੈਗੇ ਜਿਨ੍ਹਾਂ ਨੂੰ ਇੰਗਲਿਸ਼ ਨਾ ਪੰਜਾਬੀ ਪ੍ਰੋਪਰਲੀ ਆਉਂਦੀ ਆ, ਐਜੂਕੇਸ਼ਨ ਲੈਵਲ ਬਹੁਤ ਘੱਟ ਆ, ਉਹਨੂੰ ਪੜ੍ਹਨਾ ਨਹੀਂ ਆਉਂਦਾ ਹੈਗਾ। ਸੋ ਉਹਨਾਂ 'ਤੇ ਪਿਕਚਰਾਂ ਰਾਹੀਂ ਅਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਕਿ ਜਿਹੜੇ ਅਨਪੜ੍ਹ ਆਪਣੇ ਲੋਕੀ ਹੈਗੇ ਆ, ਉਹਨਾਂ ਤੱਕ ਵੀ ਮੈਸੇਜ ਪਹੁੰਚਣਾ ਚਾਹੀਦਾ। ਐਂਡ ਲਾਸਟ ਹੈਗਾ ਜਿਹੜੇ ਕਿ ਮਿਸ ਇਨਫੋਰਮੇਸ਼ਨ ਹੈਗਾ, ਉਹਨੂੰ ਵੀ ਅਸੀਂ ਥੋੜ੍ਹਾ ਕਿ ਭੰਨਣਾ ਚਾਹੁੰਦੇ ਕਿ ਜਿਹੜੇ ਲੋਕਾਂ ਨੂੰ ਗਲਤ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੀ ਪਾਸੇ ਹਟਾਈ ਜਾਵੇ, ਐਂਡ ਪ੍ਰੋਪਰ ਜਿਹੜੀ ਮੈਡੀਕਲੀ ਆਥੋਰਾਈਜ਼ਡ ਸਲਾਹ ਹੈਗੀ ਆ ਉਹੀ ਮਿਲਣੀ ਚਾਹੀਦੀ ਉਹਨੂੰ। ਡਾਕਟਰ ਜਵੰਦਰ, ਕਿੱਦਾਂ ਇਹਦੇ ਰਿਜ਼ਲਟ ਆ ਰਹੇ? ਜਿਹੜੀ ਟਾਸਕ ਫੋਰਸ ਆ ਪਾਰਟਿਕੂਲਰਲੀ ਕੋਈ ਫਰਕ ਪੈ ਰਿਹਾ ਇਹਦੇ ਨਾਲ? ਆਈ ਥਿੰਕ ਇਹਦੇ ਨਾਲ ਕਾਫੀ ਫਰਕ ਪੈ ਰਿਹਾ। ਜਿਹੜੇ ਫਰੇਜ਼ਰ ਵੈਲੀ ਦੇ ਪੋਜ਼ਿਟਿਵਿਟੀ, ਫਰੇਜ਼ਰ ਹੈਲਥ ਅਥਾਰਟੀ ਦੇ ਪੋਜ਼ਿਟਿਵਿਟੀ ਰੇਟ ਹੈ ਉਹ ਘਟ ਰਿਹਾ, ਨੰਬਰਸ ਥੱਲੇ ਨੂੰ ਆ ਰਹੇ ਨੇ। ਦੂਜੀ ਗੱਲ ਇਹ ਹੈਗੀ ਵੀ ਅਸੀਂ ਚਾਹੁੰਦੇ ਸੀ ਥਰੂ ਦ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਵੀ ਥੋੜ੍ਹਾ ਜਿਹਾ ਕਲਚਰਲੀ ਰੈਲੇਵੈਂਟ ਹੋਵੇ, ਵੀ ਸਾਡੇ ਕਲਚਰ ਲਈ ਕੀ ਚੰਗਾ ਹੈਗਾ, ਰਾਈਟ। ਦੂਜੀ ਗੱਲ ਹੈ ਵੀ ਥੋੜ੍ਹਾ ਜਿਹਾ ਅਨਕੌਂਸ਼ੀਅਸ ਬਾਇਸ ਵੀ ਹੋ ਰਿਹਾ ਸੀ, ਵੀ ਆਪਣੇ ਲੋਕ ਗੱਲ ਨਹੀਂ ਸੁਣਦੇ, ਪਾਰਟੀਆਂ ਕਰੀ ਜਾਂਦੇ ਸੀ। ਸੋ ਉਹ ਵੀ ਗਲਤ ਸੀਗੀ। ਜ਼ਰੂਰ ਉਸ ਫੈਕਟਰ ਸੀਗਾ ਸ਼ੁਰੂ 'ਚ, ਮੈਂ ਕਹੂੰਗੀ, ਲੇਕਿਨ ਆਪਾਂ ਆਪਣੇ ਲੋਕ ਫਰੰਟ ਲਾਈਨ ਵਰਕਰਸ ਨੇ, ਐਸੈਂਸ਼ੀਅਲ ਵਰਕਰਸ ਨੇ, ਅਤੇ ਉਹ ਮਲਟੀ ਜਨਰੇਸ਼ਨਲ ਫੈਮਲੀਜ਼ ਰਹਿੰਦੇ ਨੇ, ਆਪਣੇ ਬੱਚਿਆਂ ਨੂੰ ਸੰਭਾਲਦੇ ਨੇ, ਬਜ਼ੁਰਗਾਂ ਨੂੰ ਸੰਭਾਲਦੇ ਨੇ। ਸੋ ਬਹੁਤ ਡਿਫਰੈਂਟ ਰੀਜ਼ਨ ਸੀ ਵੀ ਆਪਣੇ ਭਾਈਚਾਰੇ ਨੂੰ ਇਸ ਤਰ੍ਹਾਂ ਕਿਉਂ ਹੋ ਰਿਹਾ ਸੀ। ਸੋ ਉਹਦੇ ਲਈ ਮੈਨੂੰ ਲੱਗਦਾ ਆਪਾਂ ਸਾਰੀਆਂ ਚੀਜ਼ਾਂ ਐਡਰੈਸ ਕਰਕੇ, ਜਿਵੇਂ ਡਾਕਟਰ ਸੰਗੇਰਾ ਨੇ ਕਿਹਾ, ਇਨਫੋਗ੍ਰਾਫਿਕਸ ਨਾਲ, ਮੈਸੇਜਿੰਗ ਦੇ ਨਾਲ, ਮੀਡੀਆ ਦੇ ਹੈਲਪ ਦੇ ਨਾਲ ਆਪਣੇ ਭਾਈਚਾਰੇ ਨੂੰ ਬਹੁਤ ਫਰਕ ਪੈ ਰਿਹਾ। ਉਹਨਾਂ ਨੂੰ ਐਜੂਕੇਸ਼ਨ ਹੋ ਰਹੀ ਹੈ, ਉਹਨਾਂ ਆਪ ਸਾਨੂੰ ਕੁਐਸਚਨਸ ਜਿਵੇਂ ਮੀਡੀਆ ਨੂੰ ਪੁੱਛਦੇ ਨੇ, ਸਾਨੂੰ ਪੁੱਛਦੇ ਨੇ, ਉਹਨਾਂ ਨੂੰ ਚਾਅ ਹੈਗਾ ਵੀ ਅਸੀਂ ਵੀ ਇੰਪਾਵਰ ਹੋਈਏ, ਪਤਾ ਕਰੀਏ ਵੈਕਸੀਨ ਬਾਰੇ, ਕੋਵਿਡ ਬਾਰੇ, ਅਤੇ ਅਸੀਂ ਕਿਸ ਤਰ੍ਹਾਂ ਬਚਾਅ ਰੱਖ ਸਕਦੇ ਹਾਂ। ਜੀ ਡਾਕਟਰ ਸਾਹਿਬ, ਇੱਕ ਸੀਗਾ ਇਹਦੇ ਬਾਰੇ, ਕੋਵਿਡ ਬਾਰੇ ਜਾਂ ਦੀ ਵੈਕਸੀਨ ਬਾਰੇ, ਉਹਦੇ ਬਾਰੇ ਸਾਨੂੰ ਦੱਸੋਗੇ ਕੀ? ਹਾਂਜੀ, ਸੋ ਮੈਕਮਾਸਟਰ ਯੂਨੀਵਰਸਿਟੀ ਹੈਗੀ ਓਨਟਾਰੀਓ 'ਚ, ਉੱਥੇ ਆਪਣੇ ਸਾਊਥ ਏਸ਼ੀਅਨ ਡਾਕਟਰ ਹੈਗੇ ਸੀਗੇ, ਜਿਹੜੇ ਪ੍ਰੋਫੈਸਰ ਹੈਗੇ ਆ। ਉਹਨੇ ਸੋਚਿਆ ਕਿ ਆਪਣੇ ਇਸ ਵੇਲੇ ਆਪਣੀ ਕਮਿਊਨਿਟੀ ਦੇ ਵਿੱਚ ਇਨਫ ਇਨਫੋਰਮੇਸ਼ਨ ਨਹੀਂ ਆਪਾਂ ਨੂੰ ਜਿਹੜੇ
ਲੀਡਰਸ਼ਿਪ ਦੇ ਰੋਲ 'ਚ ਹੈਗੇ ਆ, ਸਾਡੇ ਕੋਲ ਇਨਫ ਇਨਫੋਰਮੇਸ਼ਨ ਨਹੀਂ ਹੈਗਾ ਜੀ। ਕਿ ਆਪਣੀ ਕਮਿਊਨਿਟੀ ਦੇ ਵਿੱਚ ਕੀ ਪ੍ਰੋਬਲਮਸ ਹੈਗੀਆਂ, ਜੀ। ਕਿਹੜੀ ਚੀਜ਼ ਦਾ ਸਾਨੂੰ ਇਨਫੋਰਮੇਸ਼ਨ ਹੋਰ ਦੇਣਾ ਚਾਹੀਦਾ, ਜਾਂ ਕਿੱਥੋਂ ਅਸੀਂ ਗਵਰਨਮੈਂਟ ਨੂੰ ਪ੍ਰੈਸ਼ਰ ਪਾ ਕੇ ਮਦਦ ਲਿਆਈਏ ਆਪਣੀ ਕਮਿਊਨਿਟੀ ਲਈ। ਸੋ ਉਹ ਸਰਵੇ ਅਸੀਂ ਉਹਨਾਂ ਦੇ ਨਾਲ ਫਿਰ ਜੁਆਇਨ ਕੀਤਾ ਹੈਗਾ, ਕੋਸ਼ਿਸ਼ ਕਰ ਰਹੇ ਹੈਗੇ ਕਿ ਜਿੰਨੀ ਮੈਕਸਿਮਮ ਆਪਣੀ ਪਬਲਿਕ ਤਾਈਂ ਉਹ ਸਰਵੇ ਪਹੁੰਚੇ, ਸਰਵੇ ਭਰ ਕੇ ਸਾਨੂੰ ਵਾਪਸ ਦੇਣ। ਐਂਡ ਉਹ ਜਿੰਨਾ ਵੀ ਇਨਫੋਰਮੇਸ਼ਨ ਆਊਗਾ ਅਨੋਨਮਾਈਜ਼ਡ ਹੈਗਾ, ਕਿਸੇ ਦਾ ਨਾਂ ਨਹੀਂ ਵਿੱਚ ਹੋਣਾ, ਕੋਈ ਆਈਡੈਂਟੀਫਿਕੇਸ਼ਨ ਨਹੀਂ ਹੋਣੀ, ਸਿਰਫ ਸਾਨੂੰ ਇਨਫੋਰਮੇਸ਼ਨ ਚਾਹੀਦਾ ਕਿ ਨੌਲੇਜ ਕਿੰਨੀ ਕੁ ਹੈਗੀ ਹੈ ਲੋਕਾਂ ਦੇ ਕੋਲ ਕੋਵਿਡ ਬਾਰੇ, ਕੋਵਿਡ ਦਾ ਬਚਾਅ ਰੱਖਣ ਬਾਰੇ, ਕੋਵਿਡ ਵੈਕਸੀਨ ਬਾਰੇ। ਐਂਡ ਦੈਨ ਅਸੀਂ ਫਿਰ ਉਹ ਇਨਫੋਰਮੇਸ਼ਨ ਲਿਜਾ ਕੇ ਫਿਰ ਗਵਰਨਮੈਂਟ ਦੇ ਨਾਲ, ਹੈਲਥ ਅਥਾਰਟੀਜ਼ ਦੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਕਿ ਆਹ ਇਨਫੋਰਮੇਸ਼ਨ ਸਾਡੇ ਲੋਕਾਂ ਦੇ ਕੋਲ ਨਹੀਂ ਹੈਗੀ, ਆਹ ਚੀਜ਼ਾਂ ਸਾਨੂੰ ਚਾਹੀਦੀਆਂ, ਇਹ ਤੁਸੀਂ ਦਿਓ। ਸਰਵੇ ਜੇ ਕਿਸੇ ਨੇ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ ਕਿੱਦਾਂ ਕਰ ਸਕਦੇ? ਜਿਹੜੀ ਸੋਸ਼ਲ ਮੀਡੀਆ ਤੇ ਉੱਤੇ ਸ਼ੇਅਰ ਕੀਤਾ ਹੈਗਾ, ਜੇ ਆਪਾਂ ਇੰਸਟਾਗ੍ਰਾਮ ਤੇ ਦੇਖਣਾ ਜਾਂ ਫੇਸਬੁੱਕ ਤੇ ਦੇਖਣਾ ਚਾਹੁੰਦੇ ਹੈਗੇ ਆ, ਜਾਂ ਹਰਦੀਪ ਸਿੰਘ ਸੋਤਾ ਉਹਨਾਂ ਦੇ ਪੇਜ ਤੇ ਵੀ ਜਾ ਕੇ ਦੇਖ ਸਕਦੇ ਆ, ਸਾਊਥ ਏਸ਼ੀਅਨ ਕੋਵਿਡ TF ਪੰਜਾਬੀ, ਉੱਤੇ ਜਾ ਕੇ ਦੇਖ ਲਓ, ਸਰਵੇ ਹੈਗੀ ਆ। ਰਾਇਲ ਅਕੈਡਮੀ ਆਫ ਭੰਗੜਾ ਉਹਨਾਂ ਦੇ ਪੇਜ ਤੇ ਵੀ ਹੋਊਗਾ। ਹਾਂਜੀ, ਉਹਨਾਂ ਦੀ ਵੀ ਹੈਗੀ ਆ। ਤੇ ਇਹ ਸਰਵੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ, ਇਹ ਮੇਨ ਸਟ੍ਰੀਮ ਕਮਿਊਨਿਟੀ ਨਾਲੋਂ ਕੋਈ ਇਹਨਾਂ ਦਾ ਡੇਵੀਏਟ ਕਰੂਗਾ, ਕੋਈ ਜਿਹੜਾ ਇਹਨਾਂ ਦਾ ਫਾਈਂਡਿੰਗਸ ਆ ਜਾਂ ਕੁਝ ਲੱਗਦਾ ਵੱਖਰੀ ਆ ਉਹਨਾਂ ਦੇ ਨਾਲੋਂ? ਆਈ ਥਿੰਕ ਜਿਹੜੇ ਇਨਸਾਨ ਨੇ ਉਹ ਇਨਸਾਨ ਹੀ ਹੁੰਦੇ ਨੇ, ਭਾਵੇਂ ਤੁਸੀਂ ਚਾਈਨੀਜ਼ ਕਮਿਊਨਿਟੀ, ਇਥੀਓਪੀਅਨ ਕਮਿਊਨਿਟੀ, ਪਰ ਅਸੀਂ ਦੇਖ ਰਹੇ ਹਾਂ ਵੀ ਸਾਡੇ ਭਾਈਚਾਰੇ ਲਈ ਕਲਚਰਲੀ ਰੈਲੇਵੈਂਟ ਕਿਹੜੀਆਂ ਚੀਜ਼ਾਂ ਨੇ ਜਿਹੜੇ ਅਸੀਂ ਹੈਲਪ ਕਰ ਸਕਦੇ ਹਾਂ। ਵੀ ਜਿਵੇਂ ਕਈ ਲੋਕਾਂ ਨੂੰ ਹੈਗਾ ਵੀ ਜੇ ਇਹਦੇ 'ਚ ਕੋਈ ਬੀਫ ਦੀ ਪ੍ਰੋਡਕਟ ਹੋਵੇ, ਕੋਈ ਪੋਰਕ ਦੀ ਪ੍ਰੋਡਕਟ ਹੋਵੇ, ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹ ਜਿਹੀਆਂ ਦਿੱਕਤਾਂ ਨੂੰ ਦੂਰ ਕਰੀਏ ਅਤੇ ਸਾਰੀ ਜਿਹੜੀ ਮਿਥਸ ਹੈਗੀਆਂ ਸੱਚਾਈ ਲਿਆਈਏ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਦੀ ਚੰਗੀਆਂ ਨੇ। ਤੁਹਾਡਾ ਪਰਸਨਲ ਕੀ ਐਕਸਪੀਰੀਅੰਸ ਹੈ? ਤੁਸੀਂ ਸਾਰੇ ਇਹਨਾਂ ਦੇ ਨਾਲ ਵਿਚਰਦੇ ਹੋ, ਵੀ ਇਹ ਨੌਲੇਜ ਸਾਡੀ ਕਮਿਊਨਿਟੀ ਦੇ ਵਿੱਚ ਹੈਗੀ ਹੈ ਪ੍ਰੋਪਰ, ਜਾਂ ਕਿਤੇ ਨਾ ਕਿਤੇ ਅਸੀਂ ਅਜੇ ਪਿੱਛੇ ਹਾਂ? ਆਈ ਥਿੰਕ ਜਿਵੇਂ ਪਹਿਲਾਂ ਕੋਵਿਡ ਕਿਸ ਤਰ੍ਹਾਂ ਫੈਲਦਾ ਹੈਗਾ, ਲੋਕਾਂ ਨੂੰ ਸੀਗਾ ਮੈਨੂੰ ਨਹੀਂ ਕੁਛ ਹੁੰਦਾ, ਇਹ ਬੜਾ ਸੀਗਾ, ਮੈਂ ਕੁਛ ਨਹੀਂ ਹੁੰਦਾ, ਬਸ 5 ਮਿੰਟ ਜਾਣਿਆ ਕੁਛ ਨਹੀਂ ਹੁੰਦਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਮੇਰੇ ਇੱਕ ਪੇਸ਼ੈਂਟ ਸੀਗੇ, ਹੁਣ ਗੱਲ ਕੀਤੀ ਹੈ ਪਿਛਲੇ ਹਫ਼ਤੇ, ਉਹਨਾਂ ਨੂੰ ਕੋਵਿਡ ਹੋ ਗਿਆ ਸੀ। ਮੈਂ ਫੋਨ ਕੀਤਾ, ਮੈਂ ਕਿਹਾ ਅੱਛਾ ਹਾਲ ਕੀ ਆ, ਕੋਵਿਡ ਕਿਸ ਤਰ੍ਹਾਂ? ਮੈਂ ਤੇ ਮੇਰੇ ਹਸਬੈਂਡ ਅਸੀਂ ਹਸਪੀਟਲ ਗਏ ਸੀ, ਉੱਥੋਂ ਹੋ ਗਿਆ ਹੁਣ। ਮੈਂ ਕਿਹਾ ਉੱਥੋਂ ਬਿਲਕੁਲ ਨਹੀਂ ਹੋਇਆ। ਮੈਂ ਕਿਹਾ ਤੁਸੀਂ ਦੱਸੋ ਹੋਇਆ ਕਿਸ ਤਰ੍ਹਾਂ? ਉਹ ਆਪਣੇ ਬ੍ਰਦਰ ਨੂੰ ਜਾ ਕੇ ਮਿਲੇ ਸੀ ਤੇ ਉਹਨਾਂ ਨੂੰ ਹੋ ਗਿਆ, ਫਿਰ ਉਹਨਾਂ ਤੋਂ ਇਹਨੂੰ ਹੋ ਗਿਆ। ਮੈਂ ਕਿਹਾ ਤੁਸੀਂ ਗਏ ਕਿਉਂ ਸੀ? ਉਹ ਤੁਹਾਡਾ ਹਾਊਸਹੋਲਡ ਬਬਲ ਨਹੀਂ ਸੀਗਾ। ਸੋ ਜਿਹੜੀ ਸਾਡਾ ਕਲਚਰ ਦਾ ਹੈਗਾ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਅਸੀਂ ਸੋਸ਼ਲ ਬੰਦੇ ਹਾਂ, ਉਹਦੇ ਲਈ ਥੋੜ੍ਹਾ ਜਿਹਾ ਔਖਾ ਸੀ ਲੋਕਾਂ ਨੂੰ। ਸੋ ਉਸ ਤਰ੍ਹਾਂ ਜਿਵੇਂ ਲੋਕਾਂ ਨੂੰ ਹੋ ਰਿਹਾ ਹੈਗਾ, ਬਟ ਓਵਰਆਲ ਮੈਸੇਜਿੰਗ ਜਾਰੀ ਹੈ, ਹੌਲੀ ਹੌਲੀ ਮੈਂ ਕਹੂੰਗੀ ਵੀ ਪਹੁੰਚ ਰਹੀ ਹੈ। ਬਟ ਸਭ ਤੋਂ ਵੱਡੀ ਪ੍ਰੋਬਲਮ ਵੀ ਸਾਨੂੰ ਨਹੀਂ ਕੁਛ ਹੋਣਾ, ਇਹ ਕੁਛ ਵੀ ਨਹੀਂ ਹੈ। ਬਟ ਜਦੋਂ ਉਹਨਾਂ ਨੂੰ ਦਿਸ ਰਿਹਾ ਵੀ ਹਾਂ ਇੱਕ ਬਿਮਾਰੀ ਹੈ, ਉਹ ਹੁਣ ਥੋੜ੍ਹਾ ਜਿਹਾ ਐਜੂਕੇਟਿਡ ਹੋ ਰਹੇ ਨੇ, ਡਰ ਰਹੇ ਨੇ। ਪਰ ਜਿਹੜੀ ਮੈਂ ਹਾਲੇ ਵੀ ਕਹੂੰਗੀ ਸਾਰਿਆਂ ਨੂੰ, ਭਾਵੇਂ ਤੁਹਾਡੀ ਇੱਕ ਡੋਜ਼ ਵੈਕਸੀਨ ਦੀ ਲੱਗੀ ਜਾਂ ਨਹੀਂ ਲੱਗੀ, ਹੱਥ ਧੋਣੇ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਜ਼ਰੂਰੀ ਹੋਣਗੇ ਜਦ ਤੱਕ ਚੰਗੀ ਤਰ੍ਹਾਂ ਹਰਡ ਇਮਿਊਨਿਟੀ ਨਹੀਂ ਹੁੰਦੀ। ਆਈ ਵੁੱਡ ਸੇ ਟਿਲ ਦ ਐਂਡ ਆਫ ਦ ਈਅਰ। ਹਰਡ ਇਮਿਊਨਿਟੀ ਕਿੱਦਾਂ ਬਣੂਗੀ ਡਾਕਟਰ ਸਾਹਿਬ? ਘੱਟ ਤੋਂ ਘੱਟ 70-80% ਲੋਕਾਂ ਦੇ ਜਾਂ ਤਾਂ ਇਨਫੈਕਸ਼ਨ ਹੋ ਜਾਊ ਜਾਂ ਟੀਕਾ ਲੱਗ ਜਾਊ। ਜਿਹਨੂੰ ਇਨਫੈਕਸ਼ਨ ਹੋ ਗਈ ਉਹਨੂੰ ਟੀਕੇ ਦੀ ਲੋੜ? ਹਾਂਜੀ। ਸੋ ਜਿਹਨਾਂ ਦੀ ਇਨਫੈਕਸ਼ਨ ਹੋਇਆ, ਜਿਹਨਾਂ ਨੂੰ ਮਾਈਲਡ ਇਨਫੈਕਸ਼ਨ ਹੁੰਦਾ, ਉਹਨਾਂ ਦੀ ਐਂਟੀਬਾਡੀ ਥੋੜ੍ਹੇ ਜਿਹੇ ਬਣਨੇ ਆ, ਦੈਨ ਐਂਟੀਬਾਡੀਜ਼ ਫਿਰ ਘੱਟ ਜਾਂਦੇ ਆ, ਪ੍ਰੋਟੈਕਸ਼ਨ ਹਟ ਗਈ। ਜਿਨ੍ਹਾਂ ਨੂੰ ਇਨਫੈਕਸ਼ਨ ਸਵੀਅਰ ਹੋਣਾ, ਉਹਨਾਂ ਦੇ ਐਂਟੀਬਾਡੀਜ਼ ਜ਼ਿਆਦਾ ਬਣਨੇ ਆ, ਜ਼ਿਆਦਾ ਪ੍ਰੋਟੈਕਸ਼ਨ ਹੋਊਗੀ, ਪਰ ਫਿਰ ਵੀ ਘੱਟ ਜਾਂਦੀ ਆ। ਇਹ ਜਿਹੜੇ 2 ਡੋਜ਼ ਆਪਣੇ ਹੈਗੇ ਆ ਵੈਕਸੀਨ ਦੇ, ਉਹਦੇ ਨਾਲ ਹੁਣ ਸ਼ੋਅ ਕੀਤਾ ਗਿਆ ਕਿ ਮਿਨੀਮਮ 1 ਸਾਲ ਦੀ ਤਾਂ ਪ੍ਰੋਟੈਕਸ਼ਨ ਹੈਗੀ ਆ, ਸ਼ਾਇਦ ਉਦੋਂ ਲੰਬੀ ਵੀ ਹੋਇਆ, ਹਾਲੇ ਸਾਲ ਹੀ ਹੋਇਆ ਇਹਨੂੰ ਦੇਖਦਿਆਂ ਨੂੰ। ਸੋ ਨਾਲ ਦੀ ਨਾਲ ਆਪਾਂ ਸਟੱਡੀ ਵੀ ਕਰ ਰਹੇ ਹੈਗੇ ਆ, ਐਂਡ ਦੇਖਣਾ ਹੈਗਾ, ਉਮੀਦ ਹੈਗੀ ਕਿ ਲੌਂਗ ਟਰਮ ਪ੍ਰੋਟੈਕਸ਼ਨ ਰਹੂਗੀ ਇਹਦੇ ਨਾਲ। ਕਦੇ ਅਸੀਂ ਸੁਣਦੇ ਹਾਂ ਇੰਡੀਆ ਨੇ ਵੈਕਸੀਨ ਬਣਾ ਲਈ, ਕਹਿੰਦੇ ਸ਼ਾਇਦ 2 ਬਣ ਗਈਆਂ, ਕੈਨੇਡਾ ਇਹਨਾਂ ਡਿਵੈਲਪ ਕੰਟਰੀ ਹੈ, ਇਹਨਾਂ ਕੋਲੋਂ ਨਹੀਂ ਬਣੀ? ਮੈਂ ਕੈਨੇਡਾ ਬਾਰੇ ਗੱਲ ਕਰਦਾ, ਇੰਡੀਆ ਬਾਰੇ ਕੈਨੇਡਾ ਦੀ ਆਪਣੀ ਵੈਕਸੀਨ ਬਣਾਈ ਕੋਈ ਕਿ ਬਾਹਰੋਂ ਹੀ ਲੈ ਰਹੇ? ਸੋ ਜਦੋਂ ਮਲਰੋਨੀ ਪਾਵਰ 'ਚ ਸੀਗਾ, ਉਹਨੇ ਆਪਣੀ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਗੀ, ਉਹ ਵੇਚ ਦਿੱਤੀ ਸੀ ਅਮਰੀਕਾ ਨੂੰ ਕਿ ਇਨਫ ਪ੍ਰੋਫਿਟ ਨਹੀਂ ਬਣਾਉਂਦੇ ਹੈਗੇ ਤੇ ਸਾਨੂੰ ਲੋੜ ਨਹੀਂ ਹੈਗੀ, ਕਿ ਬਾਕੀ ਸਾਨੂੰ ਦੇਣ ਵਾਲੇ ਬਥੇਰੇ ਹੈਗੇ ਜੀ। ਤੇ ਸਾਡਾ ਕਿੱਥੇ ਕੁ ਨੰਬਰ ਆ? ਸਾਡਾ ਮਤਲਬ ਟੌਪ ਕੰਟਰੀਜ਼ ਵਿੱਚ ਨੰਬਰ ਆ ਜਿਹੜੇ ਸਾਨੂੰ ਵੈਕਸੀਨ ਮਿਲ ਜਾਊਗੀ, ਅਸੀਂ ਕਿੱਥੇ ਕਾ ਇੱਥੇ? ਆਪਣੇ ਕੋਲ ਐਕਚੁਅਲੀ ਜਿੰਨੇ ਆਰਡਰ ਕੀਤੇ ਆ ਨਾ, ਸਭ ਤੋਂ ਜ਼ਿਆਦਾ ਆਰਡਰ ਕੀਤੇ ਹੋਏ ਹੈਗੇ ਆ, ਐਂਡ ਪਹੁੰਚਣ ਦੀ ਉਮੀਦ ਤਾਂ ਹੈਗੀ ਆ। ਨੰਬਰ 1 ਇਸ ਵੇਲੇ ਹੈਗੇ ਇਜ਼ਰਾਈਲ ਵਾਲੇ। ਉਹਨੇ ਅੱਛਾ ਜੀ, ਇਜ਼ਰਾਈਲ ਨੇ ਸਪੈਸ਼ਲ ਇੱਕ ਤਾਂ ਪ੍ਰਾਈਸ ਜ਼ਿਆਦਾ ਦਿੱਤੀ ਹੈਗੀ ਆ ਕਿ ਅਸੀਂ ਪੇ ਜ਼ਿਆਦਾ ਕਰ ਦਿੰਦੇ ਆ। ਅੱਛਾ। ਸੈਕੰਡ ਹੈਗਾ, ਉਹਨੇ ਕਿਹਾ ਕਿ ਅਸੀਂ ਸਾਰੀ ਕੰਪਨੀ ਨੂੰ ਕਿ ਜੋ ਵੀ ਤੁਹਾਨੂੰ ਰਿਜ਼ਲਟ ਦੀ ਲੋੜ ਆ, ਅਸੀਂ ਉਹ ਦੇਵਾਂਗੇ ਤੁਹਾਨੂੰ। ਸੋ ਉਹ ਇਜ਼ਰਾਈਲ ਨੂੰ ਯੂਜ਼ ਕਰ ਰਹੇ ਹੈਗੇ ਡਾਟਾ ਕਲੈਕਸ਼ਨ ਲਈ, ਐਂਡ ਉਹਨਾਂ ਨੂੰ ਫਿਰ ਪ੍ਰਾਇਓਰਿਟੀ ਦਿੱਤੀ ਗਈ ਕਿ ਸਾਰਿਆਂ ਨੂੰ ਮਿਲੂਗੀ।
ਕੈਨੇਡਾ ਨੇ ਕਿਹਾ ਕਿ ਅਸੀਂ ਆਰਡਰ ਸਭ ਤੋਂ ਪਹਿਲਾਂ ਦੇ ਦਿੰਦੇ ਆ ਐਂਡ ਆਰਡਰ ਦੇਣ ਦੇ ਹਿਸਾਬ ਦੇ ਨਾਲ ਆਪਾਂ ਨੂੰ ਬਾਕੀਆਂ ਤੋਂ ਪਹਿਲਾਂ ਮਿਲੂਗੀ। ਵੀ ਇਨ ਦ ਟਾਪ 5 Yeah. ਜੀ ਫਿਰ ਤਾਂ ਬਹੁਤ ਚੰਗੀ ਗੱਲ ਆ, Yeah, ਮੈਨੂੰ ਬਹੁਤ ਲੱਗਦਾ ਚੰਗੀ ਗੱਲ ਆ। ਬਿਲਕੁਲ। Yeah. ਸੋ ਜਦ ਤਾਈਂ ਬਾਕੀ ਛੋਟੇ ਮੁਲਕਾਂ ਨੂੰ ਮਿਲਣੀ ਆਪਣੇ ਸਾਰਿਆਂ ਦੇ ਲੱਗ ਜਾਣੇ। ਤੇ ਡਾਕਟਰ ਜਵੰਦਾ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਸਾਡੀ ਕਮਿਊਨਿਟੀ 'ਚ ਦੋ ਤਰ੍ਹਾਂ ਦੀਆਂ ਗੱਲਾਂ ਸੁਣ ਰਹੇ ਹਾਂ ਅਸੀਂ। ਬਹੁਤ ਸਾਰਿਆਂ ਨੂੰ ਕੋਵਿਡ ਹੋ ਗਿਆ, ਸਾਡੇ ਆਲੇ ਦੁਆਲੇ ਸਾਡੇ ਦੋਸਤਾਂ ਨੂੰ ਅਸੀਂ ਸੁਣ ਲਿਆ, ਰਿਸ਼ਤੇਦਾਰ ਨੂੰ। ਕੁਛ ਤਾਂ ਕਹਿੰਦੇ ਜਿੱਦਾਂ ਤੁਸੀਂ ਕਿਹਾ ਵੀ ਕੁਛ ਵੀ ਨਹੀਂ, ਬੁਖਾਰ ਹੋਇਆ ਪਤਾ ਵੀ ਨਹੀਂ ਲੱਗਿਆ। ਕੁਛ ਨੂੰ ਅਸੀਂ ਮਿਲਦੇ, ਉਹ ਕਹਿੰਦੇ ਅਸੀਂ ਤਾਂ ਬਚੇ ਮਸੀਂ ਹਾਂ, ਸਾਹ ਨਹੀਂ ਆਉਂਦਾ, ਸਾਡੀ ਤਾਂ ਬੁਰੀ ਹਾਲਤ ਹੋ ਗਈ। ਹਾਂ, ਇਹ ਵੱਖਰਾ ਵੀ ਹੁੰਦਾ। ਇਹ ਵੱਖਰਾ ਹੁੰਦਾ ਡਿਪੈਂਡਿੰਗ ਇਹਦੇ ਹਾਲੇ ਆਪਾਂ ਸਟੱਡੀ ਕरें ਕੋਵਿਡ ਕੰਮ ਕਿਸ ਤਰ੍ਹਾਂ ਕਰਦਾ, ਕਿਹਨਾਂ ਨੂੰ ਕਿਸ ਤਰ੍ਹਾਂ ਇਫੈਕਟ ਹੈ, ਤੁਹਾਡੇ ਜੀਨਸ ਤੇ ਵੀ ਡਿਪੈਂਡ ਹੈ ਵੀ ਤੁਹਾਡੀ ਮੇਕਅਪ ਕਿਸ ਤਰ੍ਹਾਂ ਦੀ ਆ। ਪਰ ਮੈਂ ਹੁਣੇ ਡਾਕਟਰ ਸੰਗੇਰਾ ਨੂੰ ਕਹਿ ਰਹੀ ਸੀ, ਮੇਰੇ ਹੋਰ ਪੇਸ਼ੈਂਟ ਹੈਗੇ ਜਿਹੜਾ ਨੂੰ ਲੱਗਦਾ ਵੀ ਸ਼ਾਇਦ ਬੱਚਿਆਂ ਤੋਂ ਹੋ ਗਿਆ, ਉਹਨਾਂ ਦੇ 2 ਬੱਚੇ ਨੇ, ਫਿਰ ਹਸਬੈਂਡ ਵਾਈਫ ਤੇ ਉਹਨਾਂ ਦੇ ਮੰਮੀ ਡੈਡੀ, ਤੇ ਸਾਰਿਆਂ ਨੂੰ ਹੋ ਗਿਆ 6 ਜਾਣਿਆਂ ਨੂੰ। ਹੁਣ ਬੱਚਿਆਂ ਨੂੰ ਤਾਂ ਮਾੜਾ ਜਿਹਾ ਨਜ਼ਲਾ ਹੋਇਆ, ਠੀਕ ਹੋ ਗਏ। ਮੰਮੀ ਠੀਕ ਹੈ, ਦਾਦਾ ਜੀ ਠੀਕ ਨੇ, ਦਾਦੀ ਹਸਪੀਟਲ ਦੇ ਵਿੱਚ ਹੈ, ਤੇ ਉਹਨਾਂ ਦੇ ਬੇਟੇ ਜਿਹੜੇ ਹਸਬੈਂਡ ਹੈਗੇ ਉਹ ICU 'ਚ ਨੇ, ਦੋਨੋਂ ਕੋਵਿਡ ਨਿਮੋਨੀਆ ਦੇ ਨਾਲ। ਸੋ ਇੱਕ ਫੈਮਿਲੀ 'ਚ 6 ਜਾਣੇ ਨੇ, ਦੋਵਾਂ ਨੂੰ ਕੁਛ ਨਹੀਂ ਹੋਇਆ, ਦੋਵਾਂ ਨੂੰ ਬੁਖਾਰ, ਹੱਡ ਪੈਰ ਟੁੱਟੇ, ਉਹ ਠੀਕ ਨੇ, 2 ਹਸਪੀਟਲ 'ਚ ਨੇ। ਸੋ ਇਹਦਾ ਹੈ ਹੀ ਇਹ ਜੀ ਬਿਮਾਰੀ, ਤੁਹਾਨੂੰ ਨਹੀਂ ਪਤਾ ਵੀ ਜੇ ਤੁਹਾਨੂੰ ਹੋਵੇ, ਮੈਨੂੰ ਹੋਵੇ, ਆਪਾਂ ਕਿਸ ਤਰ੍ਹਾਂ ਰਿਐਕਟ ਕਰਾਂਗੇ। ਸੋ ਬੈਸਟ ਹੈਗਾ ਆਪਾਂ ਪੂਰਾ ਪਰਹੇਜ਼ ਰੱਖੀਏ। ਦੂਜੀ ਗੱਲ ਹੈ ਕਿ ਹੁਣ ਤਾਂ ਨਹੀਂ, ਮੈਨੂੰ ਤਾਂ ਕੁਛ ਮਹਿਸੂਸ ਹੀ ਨਹੀਂ ਹੋਇਆ, ਪਰ ਜੇ ਤੁਹਾਨੂੰ ਨਹੀਂ ਮਹਿਸੂਸ ਹੋਇਆ, ਤੁਸੀਂ ਆਪਣੇ ਮੰਮੀ ਡੈਡੀ ਨੂੰ ਪਾਸ ਕਰ ਸਕਦੇ ਹੋ, ਉਹ ਕਿੰਨੀ ਬੁਰੀ ਗੱਲ ਹੋਏਗੀ। ਜੀ ਕੁਛ ਇੱਕ ਜਿਹੜੇ ਯੰਗ ਲੋਕੀ ਆ, ਉਹਨਾਂ ਦੇ ਵਿੱਚ ਵੀ 30% ਹੈਗੇ ਜਿਨ੍ਹਾਂ ਦੇ ਉਸ ਟਾਈਮ ਤੇ ਸਿੰਪਟਮਸ ਘੱਟ ਹੁੰਦੇ ਜਦੋਂ ਇਨਫੈਕਸ਼ਨ ਹੋਇਆ, ਪਰ ਕਈ ਮਹੀਨੇ ਬਾਅਦ ਵਿੱਚ ਫਿਰ ਥਕਾਵਟ ਰਹਿੰਦੀ ਹੈਗੀ ਆ। ਕੋਈ ਵੀ ਕੰਮ ਕਰਨ ਦੀ ਟਰਾਈ ਕਰਦੇ, ਉਹ ਕੰਮ ਹੀ ਨਹੀਂ ਹੋ ਰਿਹਾ। ਬ੍ਰੇਨ ਫੌਗ ਹੁੰਦੀ ਹੈ, ਜਿਵੇਂ ਕੋਵਿਡ ਲੌਂਗ ਹਾਲਰਸ ਉਹਨੂੰ ਕਹਿੰਦੇ ਨੇ, ਉਹਨਾਂ ਦੇ ਹਾਲੇ ਸਾਈਡ ਇਫੈਕਟ ਪਤਾ ਨਹੀਂ। ਸੋ ਆਪਾਂ ਪੂਰਾ ਵਿਚਾਰ ਰੱਖੀਏ। ਇਹ ਨਵੀਂ ਬਿਮਾਰੀ ਹੈਗੀ ਆ, ਆਪਾਂ ਕਹਿ ਦਿੰਦੇ ਕਿ ਫਲੂ ਵਰਗੀ ਹੈਗੀ ਆ, ਪਰ ਫਲੂ ਵਰਗੀ ਨਹੀਂ ਹੈਗੀ। ਫਲੂ ਤੋਂ ਕਾਫੀ ਕਈ ਗੁਣਾ ਖਰਾਬ ਹੈਗੀ ਆ। ਇਹਦੇ ਨਾਲ ਬਾਡੀ ਦੇ ਵਿੱਚ ਇਨਫਲੇਮੇਸ਼ਨ ਪੈਦਾ ਹੁੰਦੀ, ਇਨਫਲੇਮੇਸ਼ਨ ਦੇ ਨਾਲ ਫਿਰ ਕਈ ਹੋਰ ਸਿਸਟਮ ਖਰਾਬ ਹੋਣ ਲੱਗ ਪੈਂਦੇ ਆ। ਅਜੇ ਵੀ ਬਹੁਤ ਸਾਰੇ ਲੋਕ ਕਹਿੰਦੇ ਆ, ਮਤਲਬ ਆਮ ਅਸੀਂ ਗੱਲਾਂ ਸੁਣਦੇ ਵੀ ਇਹ ਹੈ ਕੁਛ ਨਹੀਂ ਆ। ਮੀਡੀਆ, ਡਾਕਟਰ ਦੁਨੀਆ ਦੇ ਵਿੱਚ ਰੌਲਾ ਪਾਈ ਜਾਂਦੇ ਵੀ ਕੋਵਿਡ ਆ ਵੀ। ਇੰਡੀਆ ਦੇ ਵਿੱਚ ਕਿਸਾਨ ਧਰਨਾ ਦੇ ਕੇ ਬੈਠੇ ਆ, 5 ਲੱਖ ਬੰਦਾ ਬੈਠਾ, ਕੋਈ ਏਡੀ ਉੱਥੇ ਵੀ ਮਾਰੋ ਮਾਰਨੀ ਵੀ ਐਂਬੂਲੈਂਸਾਂ ਬਾਹਰ ਆਉਂਦੀਆਂ ਹੁਣ ਕੋਵਿਡ ਦੀਆਂ ਭਰੀਆਂ ਆ। ਵੀ ਇਹ ਸਿਰਫ ਇੱਕ ਲੋਕ ਮੰਨਦੇ ਨਹੀਂ, ਕਹਿੰਦੇ ਕੁਛ ਵੀ ਨਹੀਂ, ਫਲੂ ਆ ਜੀ ਇਹ। ਵੀ ਹੁਣ ਦੂਜੇ ਪਾਸੇ ਇਹ ਸੋਚਦੇ ਵੀ ਜੇ ਸਧਾਰਨ ਫਲੂ ਹੋਵੇ ਤਾਂ ਐਡੀ ਦੁਨੀਆ ਥੋੜ੍ਹਾ ਮੂਰਖ ਹੋ ਸਕਦੀ, ਸਾਰੇ ਦਾ ਸਾਰਾ ਕੁਛ ਹੀ ਬੰਦ ਪਿਆ ਹੋਵੇ, ਔਰ ਦੁਨੀਆ ਸਾਲ ਹੋ ਗਿਆ, ਇਕੋਨਮੀ ਸਾਰੀ ਡਿੱਗੀ ਪਈ ਹੈ। ਕੀ ਉਹਨਾਂ ਨੂੰ ਕੀ ਕੀਤਾ ਜਾਵੇ ਇਹਦਾ? ਸੋ ਕੁਛ ਤਾਂ ਹੈਗਾ ਕਿ ਜਿਹੜੇ ਆਪਣੇ ਇੱਥੇ ICU ਹੈਗੇ ਆ, ਸਾਡੇ ਨਾਲ ਚੱਲੋ, ICU ਦੇ ਦਰਸ਼ਨ ਦਿਓ, ਤੁਹਾਨੂੰ ਦਿਖਾਉਂਦੇ ਹਾਂ ਕਿ ਪੇਸ਼ੈਂਟ ਜਿਹੜੇ ਬਿਮਾਰ ਹੋਏ ਉਹ ਕਿਸ ਤਰ੍ਹਾਂ ਸਾਹ ਲੈ ਰਹੇ ਆ, ਰਾਈਟ। ਇੱਕ ਤਾਂ ਉਹ ਦੇਖਣਾ ਚਾਹੀਦਾ। ਸੈਕਿੰਡ ਹੈਗਾ, ਹੁਣ ਤੁਸੀਂ ਨਿਊਜ਼ ਕੱਲ੍ਹ ਦੀ ਸੁਣੀ ਹੋਣੀ ਹੈ ਕਿ ਜਿਹੜੇ ਫਰੀਜ਼ਰ ਟਰੱਕ ਆ ਉਹ ਲਿਆ ਕੇ ਹਸਪੀਟਲਾਂ ਦੇ ਲਾਗੇ ਖੜੇ ਕਰ ਦਿੱਤੇ, ਕਿ ਜਿਹੜੇ ਮੋਰਗ ਹੈਗੇ ਆ ਜਿੱਥੇ ਲਾਸ਼ਾਂ ਰੱਖੀਆਂ ਜਾਂਦੀਆਂ ਉਹ ਭਰੇ ਹੋਏ ਪਏ ਆ। ਹੁਣ ਆਪਾਂ ਫਿਊਨਰਲ ਹੋਮ 'ਚ ਜਾ ਕੇ ਉਹਨਾਂ ਦਾ ਸੰਸਕਾਰ ਵੀ ਕਰਨ ਨੂੰ ਥਾਂ ਹੈ ਨਹੀਂਗਾ, ਸੋ ਉਹਨਾਂ ਦੀ ਸਟੋਰੇਜ ਲਈ ਟਰੱਕ ਵੀ ਲਿਆ ਕੇ ਖੜੇ ਕਰ ਦਿੱਤੇ। ਉਹਦਾ ਕੋਈ ਕਾਰਨ ਹੈਗਾ, ਰਾਈਟ। ਅਮਰੀਕਾ ਦੇ ਵਿੱਚ ਸਟੈਟਿਸਟਿਕਸ ਆਈ ਹੈਗੀ ਕਿ ਪਿਛਲੇ ਸਾਲ ਦੇ ਨਾਲੋਂ 2019 ਨਾਲੋਂ 2020 ਦੇ ਵਿੱਚ 4.5 ਲੱਖ ਤੋਂ ਲੈ ਕੇ 5 ਲੱਖ ਜ਼ਿਆਦਾ ਮੌਤਾਂ ਹੋਈਆਂ। ਕੋਈ ਕਾਰਨ ਹੈਗਾ, ਇਹ ਨਹੀਂ ਗਾ ਕਿ ਅਸੀਂ ਐਵੇਂ ਬਣਾਈ ਜਾ ਰਹੇ ਹੈਗੇ ਆ। ਨਾ ਸਾਨੂੰ ਕਿਸੇ ਇਸ ਚੀਜ਼ ਦੇ ਵਿੱਚੋਂ ਕੋਈ ਪ੍ਰੋਫਿਟ ਮਿਲ ਰਹੀ ਹੈ ਕਿਸੇ ਨੂੰ ਵੀ ਨਹੀਂ, ਰਾਈਟ। ਸੋ ਘਾਟਾ ਹੀ ਪੈ ਰਿਹਾ ਆਪਾਂ ਸਾਰਿਆਂ ਨੂੰ। ਆਪਣੀ ਕੰਟਰੀ ਨੇ $600 ਬਿਲੀਅਨ ਕਰਜ਼ਾ ਚੱਕ ਕੇ ਲੋਕਾਂ ਨੂੰ ਸੇਫ ਰੱਖਣ ਦੇ ਤਰੀਕੇ ਕੱਢੇ ਹੈਗੇ ਆ ਕਿ ਘਰੇ ਬੈਠੋ ਤੁਹਾਨੂੰ ਭੇਜ ਦਿੰਦੇ ਆ। ਕਿਹੜਾ ਪੋਲੀਟੀਸ਼ੀਅਨ ਇੱਦਾਂ ਚਾਹੁੰਦਾ ਕਰਨਾ, ਰਾਈਟ। ਸੋ ਕੋਈ ਨਹੀਂ ਚਾਹੁੰਦਾ ਹੈਗਾ। ਸੋ ਰੀਅਲ ਹੈਗੀ ਆ, ਐਂਡ ਥੋੜ੍ਹਾ ਜਿਹਾ ਲੋਕਾਂ ਨੂੰ ਸਿਆਣਪ ਨਾਲ ਦੇਖਣਾ ਪੈਂਦਾ ਹੈਗਾ। ਜਿਹੜੀ ਤੁਸੀਂ ਇੰਡੀਆ ਦੀ ਗੱਲ ਕੀਤੀ ਹੈਗੀ ਆ, ਆਪਾਂ ਦੇਖਿਆ ਹੈਗਾ ਕਿ ਹੁਣ 1.5 ਮਹੀਨੇ ਦੇ ਵਿੱਚ 100 ਮੌਤਾਂ ਹੋ ਚੁੱਕੀਆਂ ਹੈਗੀਆਂ ਲੋਕਾਂ ਦੀਆਂ। ਉਹ ਠੰਡ ਨਾਲ ਹੋਈਆਂ ਜਾਂ ਕਿਸੇ ਹੋਰ ਚੀਜ਼ ਨਾਲ ਹੋਈਆਂ। ਯੰਗ ਲੋਕਾਂ ਦੀ ਵੀ ਹੋਈ ਆ, ਬਜ਼ੁਰਗਾਂ ਦੀ ਵੀ ਹੋਈ ਆ। ਉੱਥੇ ਕੋਈ ਟੈਸਟ ਤਾਂ ਕਿਸੇ ਦਾ ਕਰਦੇ ਨਹੀਂਗੇ, ਰਾਈਟ। ਜੇ ਟੈਸਟ ਕਰਵਾਉਣਾ ਹੈ ਇੰਡੀਆ ਦੇ ਵਿੱਚ, ਦੈਨ ਤੁਹਾਨੂੰ ਪੈਸੇ ਦੇ ਕੇ ਕਰਵਾਉਣਾ ਪੈਂਦਾ ਹੈਗਾ। ਸੋ ਕਿਸੇ ਦਾ ਉੱਥੇ ਇੰਡੀਆ ਦਾ ਤਾਂ ਕੋਈ ਕੁਛ ਕਹਿ ਹੀ ਨਹੀਂ ਸਕਦੇ ਹੈਗੇ ਨਾ, ਉਹ ਅਸਲੀਅਤ ਹੈ ਨਹੀਂਗੀ। ਨਾਲੇ ਤੁਹਾਨੂੰ ਪਤਾ ਵੀ ਨਹੀਂ, ਅਕਾਊਂਟੇਬਿਲਿਟੀ ਨਹੀਂ ਵੀ ਕਿੰਨੀਆਂ ਮੌਤਾਂ ਹੋਈਆਂ ਨੇ। ਆਪਾਂ ਨੂੰ ਕਿਸ ਤਰ੍ਹਾਂ ਪਤਾ? ਉੱਥੇ ਇੰਨੀ ਦੁਨੀਆ ਹੈਗੀ, ਕਈ ਦਫਾ ਹਿਊਮਨ ਵੈਲਿਊ ਵੀ ਨਹੀਂ ਹੁੰਦੀ ਲਾਈਫ ਦੀ। ਸੋ ਵੈਰੀ ਹਾਰਡ ਟੂ ਸੇ ਵੀ ਇੰਡੀਆ ਦੀ ਕੀ ਅਕਾਊਂਟੇਬਿਲਿਟੀ ਹੈਗੀ। ਸਾਡੇ ਇੱਥੇ ਕੀ ਸਿਚੁਏਸ਼ਨ ਹੈ ਇਸ ਵੇਲੇ? ਜਿੱਦਾਂ ontario ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕੱਲ੍ਹ ਵੀ ਅੰਦਰਾਂ 'ਚ ਵੜ ਜਾਓ, ਬਿਨਾਂ ਕੰਮ ਤੋਂ ਨਾ ਨਿਕਲੋ। ਇੱਥੇ ਥੋੜ੍ਹਾ ਜਿਹਾ ਹੁੰਦਾ, ਫਿਰ ਥੋੜ੍ਹਾ ਜਿਹਾ ਠੀਕ ਠਾਕ ਹੋ ਜਾਂਦਾ, ਲੋਕ ਫਿਰ ਨਿਕਲ ਜਾਂਦੇ।
ਅਸੀਂ ਕਿਸ ਸਿਚੁਏਸ਼ਨ 'ਚ ਆ ਇਸ ਵੇਲੇ? ਆਂਟੇਰੀਓ ਦਾ ਹਾਲ ਸਾਡੇ ਨਾਲੋਂ ਬੁਰਾ ਹੈਗਾ ਫॉर ਸ਼ੋਰ ਅੱਛਾ ਫॉर ਜੀ। ਸ਼ੋਰ। ਇੱਥੇ ਹੈਗਾ ਵੀ ਜੇ ਅਸੀਂ ਰੂਲਸ ਫੋਲੋ ਕਰੀਏ ਅਸੀਂ ਫਿਰ ਵੀ ਠੀਕ ਰਹਾਂਗੇ। ਮੈਨੂੰ ਜਾਣਾ ਪਿਆ ਸੀ ਐਟਲਾਂਟਿਕ ਬਬਲ ਦੇ ਵਿੱਚ, ਜਿਹੜਾ ਆਪਣੇ ਐਟਲਾਂਟਿਕ ਪ੍ਰੋਵਿੰਸਸ, ਉੱਥੇ ਤਾਂ ਮੈਂ ਕਹਿੰਦੀ ਹਾਂ ਆਪਾਂ ਤਾਂ ਕੁਝ ਵੀ ਨਹੀਂ ਕਰ ਰਹੇ ਜੋ ਐਟਲਾਂਟਿਕ ਪ੍ਰੋਵਿੰਸਸ ਦੇ ਵਿੱਚ ਕਰ ਰਹੇ ਨੇ। ਅੱਛਾ ਜੀ। ਜਦੋਂ ਅਸੀਂ ਗਏ ਸਾਨੂੰ ਪਹਿਲਾਂ ਚਿੱਠੀ ਚਾਹੀਦੀ ਸੀ ਨੋਵਾ ਸਕੋਸ਼ੀਆ ਗਵਰਨਮੈਂਟ ਤੋਂ ਵੀ ਤੁਸੀਂ ਆ ਕਿਉਂ ਰਹੇ ਹੋ, and I'm a Canadian citizen born and raised। ਐਂਡ ਡਾਕਟਰ ਉਹ ਤਾਂ ਕੋਈ ਨਾ, ਤੇ ਉਹ ਸਾਨੂੰ ਫਿਊਨਰਲ ਹੋਮ ਤੋਂ ਚਿੱਠੀ ਚਾਹੀਦੀ ਸੀ ਵੀ ਤੁਸੀਂ ਕੌਣ ਹੋ, ਕਿਸ ਤਰ੍ਹਾਂ ਤੁਹਾਡਾ ਰਿਸ਼ਤਾ ਹੈਗਾ, ਅੱਛਾ ਪਿਕਚਰਸ, ID। ਸੋ ਜਦੋਂ ਅਸੀਂ 에ਅਰਪੋਰਟ ਨਿਕਲੇ ਹੈਲੀਫੈਕਸ ਦੇ ਵਿੱਚ, ਉਹ ਬਿਲਕੁਲ ਜਿਵੇਂ ਆਪਾਂ ਕੋਈ ਕੰਟਰੀ 'ਤੇ ਜਾ ਰਹੇ ਹਾਂ, ਬਾਰਡਰ ਸੀ, ਉੱਥੇ ਲਾਈਨ ਅਪ ਕਰਨਾ ਪਿਆ, ਪੇਪਰ ਦਿਖਾਣੇ ਪਏ, ID ਦਿਖਾਉਣਾ ਪਿਆ। ਨੋਵਾ ਸਕੋਸ਼ੀਆ ਗਵਰਨਮੈਂਟ ਨੂੰ ਦੱਸਣਾ ਪਿਆ ਮੈਂ ਕਿਸ ਤਰ੍ਹਾਂ ਜਾ ਰਹੀ ਹਾਂ ਹੋਟਲ 'ਤੇ, ਮੈਂ ਆਪਣੀ ਸਿਸਟਰ ਨਾਲ ਨਹੀਂ ਰਹਿ ਸਕਦੀ ਸੀ ਬਿਕਾਜ਼ ਅਦਰਵਾਈਜ਼ ਉਹਨੂੰ ਕੁਆਰੰਟਾਈਨ ਕਰਨਾ ਪਊ, ਅਤੇ ਅਸੀਂ ਖਾਣਾ ਕਿਸ ਤਰ੍ਹਾਂ ਲੈ ਰਹੇ ਹਾਂ, ਅਤੇ ਅਸੀਂ ਕਦੋਂ ਵਾਪਸ ਜਾ ਰਹੇ ਹਾਂ। ਸੋ ਉੱਥੇ ਕੇਸ ਐਕਟਿਵ ਕੇਸਿਸ ਆਰ ਓਨਲੀ 20 with no new cases, that's 2-3 days ago। ਸੋ ਜਿਸ ਤਰ੍ਹਾਂ ਉਹਨਾਂ ਨੇ ਤਾਂ ਕਮਾਲ ਕੀਤੀ ਹੋਈ ਆ। BC is still okay, ਬਟ BC ਦੇ ਜੇ ਆਪਾਂ ਥੋੜ੍ਹਾ ਜਿਹਾ ਕਰਾਂਗੇ, ਚੱਲ ਕੋਈ ਨਾ ਆਪਾਂ ਇਕੱਠੇ ਹੋ ਜਾਣੇ ਆ 10 ਜਾਣੇ 50 ਜਾਣੇ, ਫਿਰ ਸਾਡਾ ਵੀ ਆਂਟੇਰੀਓ ਦਾ ਹਾਲ ਹੋਏਗਾ 100%। ਆਂਟੇਰੀਓ ਵਿੱਚ 30% ਲੋਕਾਂ ਨੇ ਕਿਹਾ ਹੈਗਾ ਕਿ ਅਸੀਂ ਕੋਈ ਵੀ ਰੂਲ ਫੋਲੋ ਨਹੀਂ ਕਰਨਾ ਹੈਗਾ। ਆਪਣੇ ਇੰਨੇ ਇਸ ਟਾਈਪ ਦੇ ਲੋਕੀ ਹੈ ਨਹੀਂ ਗੇ। ਆਪਾਂ ਥੋੜਾ ਜਿਹਾ ਇੱਕ ਦੂਜੇ ਨੂੰ ਦਾ ਕੇਅਰ ਕਰਦੇ ਆਂ ਵੀ ਅਸੀਂ ਬਚਾ ਕੇ ਇਨਸਾਨੀਅਤ ਹੈਗੀ ਆਪਣੇ ਕੋਲ। ਹਾਂ, ਇਨਸਾਨੀਅਤ ਹੈਗੀ ਹਾਲੇ। ਆਪਾਂ ਇੱਕ ਦੂਜੇ ਦਾ ਬਚਾਅ ਕਰਨਾ ਹੈਗਾ, ਰਾਈਟ। ਸੋ ਪਰ ਜਿਹੜੇ ਆਪਣੇ ਇੱਥੇ ਰਿਸਟ੍ਰਿਕਸ਼ਨ ਜਿਹੜੇ ਲੱਗੇ ਵੀ ਹੈਗੇ ਆ, ਉਹਨਾਂ ਦੇ ਕਰਕੇ ਆਪਣੇ ਡੇਲੀ ਕੇਸਿਸ 800-900 ਤੱਕ ਪਹੁੰਚ ਗਏ ਸੀ ਕ੍ਰਿਸਮਸ ਤੋਂ ਪਹਿਲਾਂ। ਹਾਂਜੀ ਰਾਈਟ। ਸੋ ਹੁਣ ਪਿਛਲੇ ਹਫਤੇ ਦੀ ਜਿਹੜੀ ਐਵਰੇਜਸ ਹੈਗੀ ਆ 500 ਤੇ ਆ। ਸੋ ਥੋੜ੍ਹੇ ਠੱਲ ਪਈ ਹੈਗੀ ਆ, ਪਰ ਆਪਾਂ ਨੂੰ ਚਾਹੀਦਾ ਹੈ ਕਿ ਹੌਲੀ ਹੌਲੀ ਲਿਆ ਕੇ, ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਆਪਾਂ 60 ਨੂੰ ਕਹਿੰਦੇ ਕਿ 60 ਕੇਸ ਬਹੁਤ ਹੋ ਗਏ। ਹਾਂ 60 ਕੇਸ ਬਹੁਤ ਜ਼ਿਆਦਾ ਮੰਨੇ ਜਾਂਦੇ ਸੀ। ਡਾਕਟਰ ਸਾਹਿਬ ਇੱਥੇ ਇੱਕ ਗੱਲ ਆ ਕਿ ਜਦੋਂ ਅਸੀਂ ਉਦੋਂ ਗੱਲ ਕੀਤੀ ਸੀ ਵੀ 60 ਕੇਸ ਹੋ ਗਏ, ਉਦੋਂ ਇਹਦਾ ਡਰ ਤੇ ਲੋਕਾਂ ਦੇ ਵਿੱਚ ਗੱਲ ਰੌਲਾ ਜ਼ਿਆਦਾ ਸੀ। ਹੁਣ ਕੇਸ 10-15 ਗੁਣਾ ਵੱਧ ਗਏ ਆ, ਪਰ ਲੋਕ ਉਹਨੇ ਜ਼ਿਆਦਾ ਬੇਪਰਵਾਹ ਹੋ ਗਏ, ਉਹਨਾਂ ਨੂੰ ਮਤਲਬ ਉਨੀ ਜ਼ਿਆਦਾ ਕੇਅਰ ਨਹੀਂ ਕਰ ਰਹੇ, ਉਹਨਾਂ ਨੂੰ ਲੱਗਦਾ ਕੋਈ ਗੱਲ ਨਹੀਂ ਚੱਲੀ ਜਾਂਦਾ। ਇਹ ਕੀ ਚੱਕਰ ਹੈ ਜੀ? ਚੱਕਰ ਇਹੀ ਹੈ ਕਿ ਟਾਈਮ ਜਿੱਦਾਂ ਜ਼ਿਆਦਾ ਲੰਘੀ ਜਾਂਦਾ ਹੈਗਾ। ਹੁਣ ਵਰਲਡ ਵਾਰ 1-2 ਜਦ ਲੱਗੀਆਂ ਸੀਗੀਆਂ, ਜਦੋਂ ਲੜਾਈ ਸ਼ੁਰੂ ਹੋਈ ਆ, ਸਾਰਿਆਂ ਨੂੰ ਸੀ ਓ ਮਾਈ ਗॉड ਸਾਰੀ ਦੁਨੀਆ ਲੜਨ ਲੱਗ ਪਈ ਹੈਗੀ ਆ। ਜਦ ਤੀਜਾ ਚੌਥਾ ਸਾਲ ਆ ਗਿਆ ਸੀਗਾ, ਲੜਾਈ ਚੱਲ ਰਹੀ, ਕੋਈ ਨਹੀਂ ਦੇਖ ਲੈਂਦੇ ਆ। ਹਿਊਮਨ ਨੇਚਰ, ਇਟਸ ਹਿਊਮਨ ਨੇਚਰ, ਆਪਾਂ ਯੂਜ਼ਡ ਟੂ ਹੋ ਜਾਂਦੇ ਆ। ਇੱਕ ਇਹਦੇ 'ਚ ਹੋਰ ਗੱਲ ਡਾਕਟਰ ਜਵੰਦਾ ਕਹਿੰਦੇ ਆ ਕਿ ਬੰਦੇ ਨੂੰ ਇਹ ਕੋਵਿਡ ਉਹਨਾਂ ਜ਼ਿਆਦਾ ਤੰਗ ਨਹੀਂ ਕਰ ਰਿਹਾ ਜਿੰਨਾ ਉਹ 15 ਦਿਨ ਉਹਨੂੰ ਘਰ 'ਚ ਇਕੱਲਾ ਕਮਰੇ 'ਚ ਰਹਿਣ ਦੇ ਨਾਲ ਡਿਪਰੈਸ਼ਨ ਹੋ ਰਿਹਾ। ਉਹਦਾ ਕੀ ਹੱਲ ਆ? ਜਾਂ ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੇਰੇ ਇੱਕ ਹੋਰ ਪੇਸ਼ੈਂਟ ਦਾ ਫੋਨ ਆਇਆ ਤੇ ਉਹਨੂੰ ਉਹ ਸੈਲਫ ਆਈਸੋਲੇਸ਼ਨ ਉਹਨੂੰ ਕਰਨਾ ਪਿਆ, ਤੇ ਕਹਿੰਦਾ ਮੈਂ ਤਾਂ ਪਾਗਲ ਹੋ ਜਾਣਾ, ਮੈਂ ਤਾਂ ਕੰਧਾਂ ਨੂੰ ਦੇਖਦੇ ਕਿ ਮੈਨੂੰ ਤਾਂ ਡਿਪਰੈਸ਼ਨ ਹੋ ਰਿਹਾ। ਐਂਡ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਬਹੁਤ ਜਿਹੜੀ ਮੈਂਟਲ ਹੈਲਥ ਹੈ ਜਿਹੜੀ ਕੋਵਿਡ ਨੇ ਕ੍ਰੀਏਟ ਕੀਤੀ ਹੋਈ ਆ, ਈਵਨ ਜੇ ਕੋਵਿਡ ਹੋਵੇ ਜਾਂ ਨਹੀਂ ਹੋਵੇ, ਆਪਾਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ, ਉਹ ਬਹੁਤ ਰੀਅਲ ਪ੍ਰੋਬਲਮ ਹੈਗੀ। ਅਤੇ ਉਹਦਾ ਇਲਾਜ ਜਿਵੇਂ ਕਾਉਂਸਲਿੰਗ ਕਰੋ ਜਾਂ ਜ਼ੂਮ ਕਾਲਸ ਕਰੋ ਜਾਂ ਆਪਣੇ ਸੋਸ਼ਲ ਜਿਹੜਾ ਤੁਹਾਡਾ ਹਾਊਸ ਹੋਲਡ ਬਬਲ ਹੈ ਗੱਲਬਾਤ ਕਰੋ, ਉਹੀ ਆਪਾਂ ਕਰ ਸਕਦੇ, ਬਟ ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ। ਪਰ ਸੈਕੰਡ ਇਹ ਵੀ ਹੈਗਾ ਕਿ ਜਦੋਂ ਜਿਹੜੇ ਨੇ ਇਹ ਮਾਨਸਿਕ ਬਿਮਾਰੀਆਂ ਆਉਂਦੀਆਂ, ਉਹ ਹੁੰਦਾ ਕਿ ਜੋ ਕੁਛ ਹੋ ਰਿਹਾ ਆਪਾਂ ਉਹਨੂੰ ਮੰਨਣ ਨੂੰ ਤਿਆਰ ਨਹੀਂ, ਰਾਈਟ, ਐਕਸੈਪਟ ਕਰਨ ਨੂੰ ਤਿਆਰ ਨਹੀਂ ਹੋ ਰਹੇ। ਤਾਂ ਅਸੀਂ ਚਾਹੁੰਦੇ ਕਿ ਜਿੱਦਾਂ ਮੈਂ ਚਾਹੁੰਦਾ ਉੱਦਾਂ ਦੁਨੀਆ ਚੱਲੇ, ਜਿੱਦਾਂ ਮੈਂ ਕਹਿੰਦਾ ਉੱਦਾਂ ਹੀ ਰੱਬ ਕਰੇ, ਰਾਈਟ। ਉਹ ਤਾਂ ਹੋਣਾ ਨਹੀਂ। ਅਤੇ ਜਿੰਨਾ ਚਿਰ ਤੁਸੀਂ ਜੋ ਵੀ ਹੋ ਰਿਹਾ ਉਹਨੂੰ ਐਕਸੈਪਟ ਨਹੀਂ ਕਰਦੇ, ਤੁਹਾਡੀ ਸਟਰੈਸ ਵਧੀ ਜਾਣੀ ਹੈਗੀ ਆ। ਜੇ ਮੈਨੂੰ ਤੁਸੀਂ ਕਹਿੰਦੇ ਕਿ 14 ਦਿਨ ਘਰੇ ਬਹਿ ਜਾਓ, ਮੈਂ ਤਾਂ ਕਹਿੰਦਾ ਭਾਜੀ ਥੈਂਕ ਯੂ ਤੁਹਾਡਾ, 2 ਹਫ਼ਤੇ ਛੁੱਟੀਆਂ ਕਰਵਾਈਆਂ, ਮੈਂ ਐਟਲੀਸਟ ਘਰ ਬੈਠ ਕੇ ਆਰਾਮ ਤਾਂ ਕਰ ਸਕਦਾ। ਐਂਡ ਕੁਛ ਲੋਕਾਂ ਨੇ ਆਪਣਾ ਸਿਸਟਮ ਹੀ ਇਹੋ ਜਿਹਾ ਬਣਾਇਆ ਕਿ ਇੱਧਰ ਨੱਠੋ ਉੱਧਰ ਨੱਠੋ, ਐਂਡ ਸ਼ਾਂਤੀ ਨਹੀਂ ਹੈ। ਸ਼ਾਂਤੀ ਆਪਾਂ ਨੂੰ ਚਾਹੀਦੀ ਹੈਗੀ ਆ, ਐਕਸੈਪਟੈਂਸ ਚਾਹੀਦੀ। ਹਾਂ, ਨਾਲੇ ਮੈਂ ਇਹ ਵੀ ਕਹੂੰਗੀ ਹੁਣ ਆਪਾਂ ਸਾਨੂੰ ਬਹੁਤ ਗਰਵ ਹੈ ਵੀ ਆਪਾਂ ਪੰਜਾਬੀ ਹਾਂ, ਆਪਾਂ ਸਿੱਖ ਹਾਂ। ਫਿਰ ਤੁਸੀਂ ਜਿਹੜੀ ਕੁਰਬਾਨੀ ਆਪਣੇ ਗੁਰੂਆਂ ਨੇ ਕੀਤੀਆਂ ਨੇ, ਆਪਣੇ ਛੋਟੇ ਸਾਹਿਬਜ਼ਾਦਿਆਂ ਨੇ ਕੀਤੀਆਂ ਨੇ, ਉਹ ਸੋਚੋ ਜੇ ਤੁਸੀਂ 10 ਦਿਨ ਘਰ ਵੀ ਬੈਠੇ ਹੋ, ਬਿਗ ਡੀਲ। ਤੁਹਾਡੇ ਕੋਲ ਇੰਟਰਨੈਟ ਹੈ, ਸੋਚੋ ਨਾ ਦੇ ਤਾਂ ਕੁਝ ਵੀ ਨਹੀਂ। ਹਾਂ, ਕੁਝ ਵੀ ਨਹੀਂ ਹੈ। ਸੋ ਮੈਨੂੰ ਠੀਕ ਹੈ, ਲੋਕਾਂ ਦੀ ਮੈਂਟਲ ਹੈਲਥ ਪ੍ਰੋਬਲਮ ਜ਼ਰੂਰ ਹੈਗੀਆਂ, ਪਰ ਥੋੜੀ ਸੋਚ ਵੀ ਬਦਲਣੀ ਚਾਹੀਦੀ ਆ। ਪਰ ਜਿਹੜੇ ਰਹਿ ਕੇ ਆ ਰਹੇ ਨੇ ਜੀ ਅੰਦਰ ਇਕੱਲੇ, ਉਹ ਡਰਾਉਣੀ ਹਾਲਤ ਦੱਸ ਰਹੇ ਆ ਵੀ ਬੰਦਾ ਪਾਗਲ ਹੋਣ ਦੀ ਹੱਦ ਤੱਕ ਚਲਿਆ ਜਾਂਦਾ। 15 ਦਿਨਾਂ ਦੀ ਰੀਅਲ ਹੈਗੀ ਆ, ਟੋਟਲੀ ਰੀਅਲ ਹੈਗੀ ਆ, ਪਰ ਉਹਦਾ ਕਾਰਨ ਇਹੀ ਹੈ ਕਿ ਆਪਾਂ ਆਪਣੇ ਆਪ ਨਾਲ ਭਿੜ ਰਹੇ ਹਾਂ। ਜਿਹੜਾ ਆਪਣਾ ਸਿਚੁਏਸ਼ਨ ਹੈ, ਜਿੰਨਾ ਚਿਰ ਉਹਨੂੰ ਐਕਸੈਪਟ ਨਹੀਂ ਕਰਦੇ ਹੈਗੇ, ਦੈਨ ਉਹ ਤਾਂ ਆਪਣੀ ਮਾਨਸਿਕ ਬਿਮਾਰੀਆਂ ਵਧੀ ਜਾਣੀਆਂ ਹੈਗੀਆਂ।
ਚਿੰਤਾ ਦੀ ਜਿਹੜੀ ਪ੍ਰੋਬਲਮ ਆ, ਚਿੰਤਾ ਕਾਹਤੇ ਆਪਾਂ ਕਰਦੇ ਹਾਂ? ਜਿਹੜੀ ਚੀਜ਼ ਮੈਂ ਚਾਹੁੰਦਾ ਉਹ ਮੈਨੂੰ ਮਿਲ ਨਹੀਂ ਰਹੀ, ਮੈਨੂੰ ਫਿਰ ਚਿੰਤਾ ਹੋਣ ਲੱਗ ਪੈਂਦੀ, ਰਾਈਟ? ਡਿਪਰੈਸ਼ਨ ਵੀ ਇਸੇ ਚੀਜ਼ ਤੋਂ ਹੈਗਾ। ਉਹ ਇਹ ਹੈ ਕਿ ਆਪਣੇ ਰਿਐਕਸ਼ਨਸ ਹੋਰ ਸਟਰੋਂਗ ਹੋ ਜਾਂਦੇ ਆ। ਪਰ ਸਿੰਪਲ ਤਾਂ ਇਹ ਹੈ ਕਿ ਖਾਓ ਪੀਓ ਐਸ਼ ਕਰੋ, ਘਰੇ 10 ਦਿਨ 15 ਦਿਨ 14 ਦਿਨ ਜਿੰਨੇ ਵੀ ਹੈਗੇ ਆ ਉਹ ਈਜ਼ੀਲੀ ਕੱਢ ਸਕਦੇ ਜੇ ਆਪਾਂ ਆਪਣੀ ਸੋਚ ਨੂੰ ਬਦਲ ਕੇ ਐਕਸੈਪਟ ਕਰਕੇ ਤਾਂ ਤੁਰਦੇ ਹੈਗੇ ਆ। ਜਿਹੜੇ ਕਈ ਲੋਕ ਮੰਨਦੇ ਨਹੀਂ, ਮੈਂ ਫਿਰ ਉਸੇ ਗੱਲ ਤੇ ਆਉਣਾ, ਇੱਕ ਸਾਡੀ ਆਦਤ ਬਣ ਚੁੱਕੀ, ਬਹੁਤੇ ਲੋਕਾਂ ਦੀ ਆਦਤ ਬਣ ਗਈ ਆ ਵੀ ਉਹ ਹੱਥ ਨਹੀਂ ਮਿਲਾਉਂਦੇ, ਨੇੜੇ ਨਹੀਂ ਜਾਂਦੇ, ਮਾਸਕ ਪਾਉਂਦੇ ਆ, ਦੂਰ ਰਹਿੰਦੇ, ਆਦਤ ਹੀ ਬਣ ਗਈ, ਸੁਭਾਅ ਹੀ ਬਣ ਗਿਆ। ਪਰ ਕਈ ਲੋਕ ਐਵੇਂ ਡਰੀ ਜਾਂਦਾ, ਤੂੰ ਕਿਹੜੀ ਗੱਲ ਆ, ਐਵੇਂ ਦਿਲ ਛੱਡਿਆ, ਤੂੰ ਕੁਛ ਨਹੀਂ ਹੁੰਦਾ। ਉਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ ਕਿ ਭਾਈ ਨਹੀਂ, ਅਸੀਂ ਸੱਚੀ ਡਰ ਰਹੇ ਹਾਂ, ਕਿਸੇ ਦੇ ਘਰ ਦੇ ਵਿੱਚ ਬਜ਼ੁਰਗ ਆ, ਕਿਸੇ ਦੇ ਘਰ ਦੇ ਵਿੱਚ ਬੱਚੇ ਆ, ਵੀ ਉਹ ਇਸ ਗੱਲ ਨੂੰ ਇੱਕ ਬਹਾਦਰੀ ਸਮਝ ਰਹੇ ਆ ਕਿ ਬਿਨਾਂ ਮਾਸਕ ਤੋਂ ਬਿਲਕੁਲ ਉਸੇ ਤਰ੍ਹਾਂ ਫਿਰਨਾ, ਜਿੱਥੇ ਜਾਣ ਦੀ ਲੋੜ ਵੀ ਨਹੀਂ ਆ ਉੱਥੇ ਵੀ ਜਾਣਾ। ਉਹ ਆਪਾਂ ਸਮਝਾ ਸਕਦੇ ਹਾਂ ਪਿਆਰ ਦੇ ਨਾਲ ਵੀ ਨਹੀਂ, ਇਹ ਸੱਚੀ ਬਿਮਾਰੀ ਹੈ, ਮੈਨੂੰ ਤੁਹਾਡਾ ਫਿਕਰ ਹੈਗਾ। ਮੈਨੂੰ ਵੀ ਇਹ ਜਿਹੇ ਸਿਚੁਏਸ਼ਨ ਆਉਂਦੇ ਨੇ ਵੀ ਲੋਕ ਕਹਿੰਦੇ ਨੇ ਕੁਛ ਨਹੀਂ ਹੁੰਦਾ, ਬਸ ਤੁਹਾਨੂੰ ਮਿਲੇ ਨਹੀਂ। ਮੈਂ ਕਿਹਾ ਨੋ, ਇਹ ਬਿਲਕੁਲ ਕਰ ਨਹੀਂ ਸਕਦੇ, ਹੈਲਥ ਰੂਲਸ ਦੇ ਨਾਲ ਮਿਲਦੀ ਨਹੀਂ। ਮੈਂ ਕਿਹਾ ਮੈਂ ਤੁਹਾਡੇ ਫਾਇਦੇ ਲਈ ਕਹਿੰਦੀ ਹਾਂ ਵੀ ਤੁਸੀਂ ਬਿਮਾਰ ਹੋ ਸਕਦੇ ਹੋ, ਜੇ ਤੁਸੀਂ ਬਿਮਾਰ ਹੋ ਗਏ ਫਿਰ ਮੈਨੂੰ ਬਹੁਤ ਬੁਰਾ ਲੱਗੂਗਾ। ਸੋ ਤੁਸੀਂ, ਮੈਂ ਤਾਂ ਆਪਣੇ ਆਪ ਤੇ ਲਾ ਦੇਣੀ ਹੈ ਤੇ ਫਿਰ I'm done। ਜੀ ਡਾਕਟਰ ਜੀ, ਉਹਦਾ ਇੱਕ ਵਾਰੀ ਸਰਵੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸਿਓ, ਜੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਤੇ ਉਹਦੇ 'ਚ ਕੀ ਆ, ਉਹਦਾ ਕੀ ਫਾਇਦਾ ਹੋਊਗਾ ਜੀ? ਸੋ ਮੇਨ ਫਾਇਦਾ ਇਹ ਹੈਗਾ ਕਿ ਸਾਨੂੰ ਇਨਫੋਰਮੇਸ਼ਨ ਮਿਲਣੀ ਆ, ਨੌਲੇਜ ਲੋਕਾਂ ਦੀ ਕੀ ਹੈਗੀ ਆ, ਐਂਡ ਕਿਹੜੀ ਚੀਜ਼ ਦੀ ਘਾਟ ਹੈਗੀ ਆ, ਸਰਵਿਸ ਕਿਹੜੀ ਦੀ ਚੀਜ਼ ਦੀ ਘਾਟ ਆ। ਐਂਡ ਜਦੋਂ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗ ਜਾਂਦਾ, ਨੌਲੇਜ ਦਾ ਤਾਂ ਅਸੀਂ ਆਪ ਸਪਲਾਈ ਕਰਨ ਲੱਗ ਪਾਂਗੇ, ਰਾਈਟ? ਐਂਡ ਟ੍ਰਾਂਸਲੇਸ਼ਨ ਜੋ ਵੀ ਹੈਗੀ ਉਹ ਅਸੀਂ ਕਰ ਸਕਦੇ ਹਾਂ। ਜਿਹੜੀ ਸਰਵਿਸਿਜ਼ ਦੀ ਘਾਟ ਹੈਗੀ ਆ, ਦੈਨ ਫਿਰ ਅਸੀਂ ਉਹਦੇ ਲਈ ਲੌਬੀ ਕਰ ਸਕਦੇ ਹਾਂ। ਤੇ ਨਾਲ ਤੇ ਆਲਸੋ ਜਿਹੜੀ ਵੈਕਸੀਨ ਦੇ ਤੁਹਾਨੂੰ ਕੋਈ ਡਰ ਡਰ ਹੈਗਾ, ਉਹ ਵੀ ਸੋ ਜਿਹੜੀ ਮਿਸ ਇਨਫੋਰਮੇਸ਼ਨ ਲੋਕਾਂ ਤੋਂ ਮਿਲਿਆ ਆ ਤੁਹਾਨੂੰ, ਉਹਦਾ ਸਾਨੂੰ ਪਤਾ ਲੱਗੂਗਾ, ਐਂਡ ਲੀਸਟ ਅਸੀਂ ਫਿਰ ਉਹਦੇ ਬਾਰੇ ਵੀ ਤੁਹਾਨੂੰ ਐਜੂਕੇਟ ਕਰ ਸਕਦੇ ਹੈਗੇ ਆ। ਕਿਉਂਕਿ 2 ਹਫ਼ਤੇ ਹੋਏ ਆ, ਉਦੋਂ ਰਿਪੋਰਟ ਆਈ ਸੀ ਕਿ ਆਪਣੇ ਜਿਹੜਾ ਮੁਸਲਮਾਨ ਭਾਈਚਾਰਾ ਹੈਗਾ ਕਿ ਉਹਨਾਂ ਨੂੰ ਨਹੀਂ ਲਵਾਉਣਾ ਚਾਹੀਦਾ, ਇਹਦੇ ਵਿੱਚ ਪੋਰਕ ਹੈਗਾ। ਟੋਟਲੀ ਗਲਤ ਆ, ਬਿਲਕੁਲ ਕੋਈ ਐਨੀਮਲ ਪ੍ਰੋਡਕਟਸ ਨਹੀਂ ਹੈਗੇ ਵਿੱਚ, ਨਥਿੰਗ, ਜ਼ੀਰੋ, ਟੋਟਲੀ ਵੇਗਨ ਹੈਗਾ, ਰਾਈਟ? ਹੋਰ ਇੱਕ YouTube ਤੇ ਮੈਂ ਵੀਡੀਓ ਹੈਗੇ ਆ, ਉਹ ਦੱਸ ਰਿਹਾ ਕਿ ਇਹਦੇ ਵਿੱਚੋਂ ਬੀਫ ਦੇ ਮਟੀਰੀਅਲ ਹੈਗਾ, ਟੋਟਲੀ ਗਲਤ ਆ। ਨਾ ਕੋਈ ਅੰਡਾ, ਨਾ ਕੋਈ ਬੀਫ ਆ, ਨਾ ਕੋਈ ਪੋਰਕ ਆ, ਨਥਿੰਗ, ਕੋਈ ਚੀਜ਼ ਹੈ ਨਹੀਂ ਗੀ, ਟੋਟਲੀ ਕੈਮੀਕਲ ਆ, ਦੈਟਸ ਇਟ, ਸਿੰਪਲ। ਡਾਕਟਰ ਜੀ, ਉਹਦਾ ਕੋਈ ਆਈਡੀਆ ਸਾਰਾ ਕੁਝ ਠੀਕ ਠਾਕ ਕਦੋਂ ਹੋ ਜਾਊਗਾ? ਇਸ ਸਾਲ ਮੈਂ ਤਾਂ ਆਪਣੇ ਹੌਲੀਡੇਜ਼ ਕਰੂੰਗੀ December 2021, end of this year, I'm hoping। ਪਰ ਉਹ ਵੀ ਡਿਪੈਂਡ ਕਰਦਾ ਕਿੱਥੇ। ਔਰ ਮੈਂ ਨਾਰਥ ਅਮਰੀਕਾ ਤੋਂ ਬਾਹਰ ਨਹੀਂ ਜਾ ਰਹੀ ਕਿਤੇ ਵੀ। ਆਪਾਂ ਕੈਨੇਡਾ ਦੇ ਵਿੱਚ ਹੌਲੀਡੇ ਬੁੱਕ ਕਰ ਲੈਣਾ ਇਸ ਸਾਲ, ਉਹ ਵੀ ਐਂਡ ਤੇ ਜਾ ਕੇ, ਰਾਈਟ? ਜੇ ਤੁਸੀਂ ਕਿਤੇ ਬਾਹਰ ਜਾਣਾ ਹੈਗਾ ਦੈਨ ਹਾਲੇ 2022 ਦੇ ਐਂਡ ਤੱਕ ਵੇਟ ਕਰਨਾ। ਹਾਂ, ਤੇ ਮੈਂ ਤਾਂ ਹਾਲੇ ਆਪਣੇ ਮੰਮੀ ਡੈਡੀ ਨੂੰ ਐਡਮਿੰਟਨ ਵੀ ਨਹੀਂ ਮਿਲੀ ਜਾ ਕੇ, ਸੋ ਮੈਂ ਪਹਿਲਾਂ ਉੱਥੇ ਜਾਊਂ ਫਿਰ ਦੇਖੋ। ਤੇ ਜਿਹੜਾ ਹੁਣ ਇੱਕ ਹੋਰ ਡਰ ਆਉਂਦਾ ਵੀ ਇਹਦੀ ਹੋਰ ਕੀ ਕਿਸਮ ਪੈਦਾ ਹੋ ਗਈ ਆ, ਇਹ ਪਹਿਲੇ ਤੋਂ ਵੀ ਖਤਰਨਾਕ ਆ, UK ਦੇ ਵਿੱਚ ਉਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਸੀ, ਲੋਕ ਫਿਰ ਡਰੇ ਪਏ ਵੀ ਇਹ ਠੀਕ ਠਾਕ ਹੋ ਜੂ ਦਸੰਬਰ ਤੱਕ, ਕੁਝ ਹੋਰ ਨਿਕਲਿਓ। ਉਹ ਹੈਗੀ UK ਵੇਰੀਐਂਟ, ਤੇ ਉਹ ਕੀ ਹੈਗੀ, ਇਟਸ ਜਿਵੇਂ ਆਪਾਂ ਜੀਨੋਮਿਕ ਸੀਕੁਐਂਸ ਦੇਖਦੇ ਹਾਂ ਵਾਇਰਸ ਦੀ, ਉਹ ਮਾੜੀ ਜਿਹੀ ਬਦਲੀ ਹੋਈ ਹੈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵੇਰੀਐਂਟ। ਇਹਦਾ ਸਭ ਤੋਂ ਖਤਰੇ ਵਾਲੀ ਗੱਲ ਹੈ ਵੀ ਇਹ ਛੇਤੀ ਫੈਲਦੀ ਹੈ, 40 to 80% ਵੀ ਜ਼ਿਆਦਾ ਟ੍ਰਾਂਸਮਿਸਿਬਲ ਹੈਗੀ। ਪਰ ਜਿਹੜਾ ਤੁਹਾਨੂੰ ਬਿਮਾਰੀ ਆਉਂਦੀ ਇਹਦੇ ਨਾਲ ਜਾਂ ਮੌਤ ਆ ਸਕਦੀ ਹੈ, ਉਹ ਸੇਮ ਹੈਗੀ ਜਿਹੜੀ ਸਾਡੀ ਸਟ੍ਰੇਨ ਪਹਿਲਾਂ ਚੱਲਦੀ ਪਈ ਆ। ਪਰ ਹੁਣ ਚੰਗੀ ਗੱਲ ਆ ਵੀ ਉਮੀਦ ਹੈਗੀ ਵੀ ਜਿਹੜੀ ਵੈਕਸੀਨ ਲੱਗ ਰਹੀ ਆ ਉਹ ਉਹਦੇ 'ਤੇ ਵੀ ਅਸਰ ਕਰਦੀ ਆ। ਡਾਕਟਰ ਸਾਹਿਬ ਜਿਹੜਾ ਇੱਕ ਹੋਰ ਗੱਲ ਕਹਿੰਦੇ ਆ, ਕੁਛ ਲੋਕ ਤਾਂ ਕਹਿੰਦੇ ਜਿਹਨਾਂ ਦੀ ਇਮਿਊਨਿਟੀ ਸਟਰੋਂਗ ਆ ਉਹ ਬਚ ਸਕਦੇ ਆ। ਇਮਿਊਨਿਟੀ ਵਧਾਉਣ ਦੇ ਲਈ ਤੁਸੀਂ ਮਨੱਕਾ ਖਾਓ, ਦਾਲਚੀਨੀ ਖਾਓ, ਜਾਂ ਹੋਰ ਪਤਾ ਨਹੀਂ ਕੀ ਖਾਓ। ਤੇ ਜਾਂ ਕੁਛ ਕਹਿੰਦੇ ਵੀ ਜਿਹੜੇ ਲੋਕ ਜਿਮ ਜਾਂਦੇ ਆ ਜਾਂ ਕਾਰਡੀਓ ਜ਼ਿਆਦਾ ਜਿਹੜੇ ਐਕਟਿਵ ਆ, ਉਹਨਾਂ ਨੂੰ ਕੁਛ ਨਹੀਂ ਹੁੰਦਾ ਜਾਂ ਘੱਟ ਹੁੰਦਾ, ਇਹ ਕੋਈ ਫੈਕਟਰ ਹੈ? ਨੋ, ਜੇ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਉਹ ਤੁਹਾਡੀ ਮਰਜ਼ੀ ਆ, ਪਰ ਕੋਈ ਰਿਸਰਚ ਹੈ ਨਹੀਂ? ਰਿਸਰਚ ਨਹੀਂ ਹੈਗੀ। ਵੱਧ ਤੋਂ ਵੱਧ ਹੈਗੇ ਕਿ ਵਿਟਾਮਿਨ D ਜਾਂ ਵਿਟਾਮਿਨ C ਦੀ ਥੋੜ੍ਹੀ ਵਾਲਾ ਉਹਦਾ ਅਸਰ ਹੈਗਾ, ਬਹੁਤਾ ਜ਼ਿਆਦਾ ਹੀ ਨਹੀਂਗਾ। ਇਹ ਨਹੀਂਗਾ ਕਿ ਉਹਨੇ ਐਬਸਲੂਟਲੀ ਤੁਹਾਨੂੰ ਵਿਟਾਮਿਨ D ਅਤੇ C ਨੇ ਤੁਹਾਨੂੰ ਬਚਾ ਕੇ ਰੱਖਣਾ ਹੈਗਾ। ਵੈਕਸੀਨ ਤਾਂ ਫਿਰ ਵੀ ਲਵਾਉਣੀ ਪੈਣੀ ਆ, ਰਾਈਟ?
ਤਾਂ ਪਰ ਇਹ ਹੈਗਾ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਣਾ ਨਾਰਮਲ ਹੈਲਥ ਥੋੜੀ ਜਿਹੀ ਇੰਪਰੂਵਮੈਂਟ ਆ ਜਾਂਦੀ ਹੈ। ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਟੋਟਲੀ ਆਪਾਂ ਨੂੰ ਬਚਾ ਕਰ ਲਊਗਾ। ਜਿਹੜੀ ਕਿ ਤੁਸੀਂ ਗੱਲ ਕੀਤੀ ਸੀ ਕਿ ਜਿਨ੍ਹਾਂ ਦੀ ਜ਼ਿਆਦਾ ਇਮਿਊਨਿਟੀ ਹੈਗੀ ਆ, ਐਕਚੁਅਲੀ ਉਹ ਲੋਕੀ ਹੈਗੇ ਆ ਜਿਨ੍ਹਾਂ ਦੇ ਰਿਐਕਸ਼ਨ ਹੋਣ ਦਾ ਜ਼ਿਆਦਾ ਰਿਸਕ ਆ ਕਿ ਇਹ ਜਿਹੜਾ ਇਨਫੈਕਸ਼ਨ ਜਦ ਹੁੰਦਾ ਨਾ, ਇਨਫਲੇਮੇਸ਼ਨ ਜਦ ਪੈਦਾ ਹੁੰਦੀ ਆ, ਕੁਛ ਲੋਕਾਂ ਦਾ ਇਮਿਊਨ ਸਿਸਟਮ ਇੰਨਾ ਸਟਰੋਂਗ ਹੈ ਕਿ ਉਹ ਆਪਣੇ ਆਪ ਨੂੰ ਹੀ ਫਾਈਟ ਕਰਨ ਲੱਗ ਪੈਂਦਾ। ICU 'ਚ ਕਈ ਲੋਕੀ ਉਹ ਪਏ ਹੈਗੇ ਜਿਨ੍ਹਾਂ ਦੇ ਇਮਿਊਨ ਸਿਸਟਮ ਐਕਸਟਰਾ ਸਟਰੋਂਗ ਸੀ। ਦੁਬਾਰਾ ਸਮਝਾਇਓ ਇਹ ਗੱਲ ਥੋੜੀ ਜਿਹੀ। ਸੋ ਵਾਇਰਸ ਬਾਹਰੋਂ ਆਈ ਆ, ਆਪਣੀ ਬਾਡੀ 'ਚ ਗਈ ਆ ਜੀ, ਇਨਫਲੇਮੇਸ਼ਨ ਸ਼ੁਰੂ ਹੋ ਗਿਆ ਵਾਇਰਸ ਦੇ ਨਾਲ। ਆਪਣੀ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਜੇ ਜ਼ਿਆਦਾ ਸਟਰੋਂਗ ਹੈ, ਉਹਨੇ ਇਨਫਲੇਮੇਸ਼ਨ ਨੂੰ ਫਾਈਟ ਕਰਨ ਦੀ ਟਰਾਈ ਕਰਨੀ ਆ। ਬਿਲਕੁਲ। ਸੋ ਜਿਨ੍ਹਾਂ ਦੇ ਜ਼ਿਆਦਾ ਸਟਰੋਂਗ ਹੈਗਾ, ਉਹ ਇੱਕ ਤਾਂ ਵਾਇਰਸ ਨੂੰ ਬਾਹਰ ਪਰਾਈ ਚੀਜ਼ ਸਮਝ ਕੇ ਉਹਦੇ 'ਤੇ ਅਟੈਕ ਕਰਦੀ ਆ। ਉਹ ਇੰਨਾ ਜਦੋਂ ਕਿਸੇ ਨੇ ਹੈ ਨਾ ਡਰੱਗ ਖਾਧੇ ਆ, ਉਹ ਪਤਾ ਨਹੀਂ ਹੁੰਦਾ ਕਿ ਕੀ ਹੋ ਰਿਹਾ, ਕਿ ਇੱਧਰ ਵੀ ਮੁੱਕੇ ਮਾਰ ਤੇ ਉੱਧਰ ਵੀ ਮੁੱਕੇ, ਉਹ ਆਪਣੇ ਆਪ ਨੂੰ ਫਾਈਟ ਕਰਨਾ ਪੈਂਦਾ ਬੰਦਾ। ਉਹ ਇਹ ਨਵੀਂ ਗੱਲ ਸੁਣੀ ਜੀ। ਕਾਫੀ ਹੈਗੇ, ਇਹਨੂੰ ਇਮਿਊਨ ਸਟੋਰਮ ਕਹਿੰਦੇ ਹੈਗੇ ਆ। ਉਹ ਜਦੋਂ ਜ਼ਿਆਦਾ ਇਮਿਊਨਿਟੀ ਆਪਣੀ ਵੱਧ ਕੇ ਦਿਨ ਆਪਾਂ ਆਪਣੇ ਆਪ ਨੂੰ ਫਾਈਟ ਕਰਨਾ ਪੈਂਦਾ। ਸੋ ਇਹ ਵੀ ਹੋ ਸਕਦਾ। ਬੈਸਟ ਤਾਂ ਇਹੀ ਹੈਗਾ ਕਿ ਆਪਣਾ ਬਚਾਅ ਰੱਖੋ, ਹੱਥ ਧੋ ਕੇ ਰੱਖੋ, 6 ਫੁੱਟ ਦਾ ਫਾਸਲਾ ਰੱਖੋ, ਮਾਸਕ ਲਾ ਲਓ। ਜਦ ਤੱਕ ਆਪਣੀ ਵੈਕਸੀਨ ਨਹੀਂ ਆਉਂਦੀ, ਵੈਕਸੀਨ ਲਵਾ ਕੇ ਜਿੰਨਾ ਚਿਰ ਆਪਣੀ 70-80% ਲੋਕਾਂ ਦੀ ਵੈਕਸੀਨ ਨਹੀਂ ਲੱਗ ਜਾਂਦੀ ਹੈਗੀ, ਦੈਨ ਉਹ ਸੇਮ ਆਪਾਂ ਨੂੰ ਰੂਟੀਨ ਰੱਖਣੀ ਪੈਣੀ ਹੈਗੀ ਆ। ਹੁਣ ਮੇਰੀ ਪਿਛਲੇ ਹਫ਼ਤੇ ਵੈਕਸੀਨ ਲੱਗੀ ਹੈਗੀ ਆ, ਉੱਦਾਂ ਦਾ ਮੈਨੂੰ ਤਾਂ ਕੋਈ ਫਰਕ, ਮੇਰੀ ਰੂਟੀਨ ਸੇਮ ਹੈਗੀ ਆ। ਜਿੰਨਾ ਚਿਰ ਸਾਰੇ ਜਾਣੇ ਦੇ ਲੱਗ ਨਹੀਂ ਜਾਂਦੇ, ਮੈਂ ਨਹੀਂ ਮਾਸਕ ਲਾਉਣਾ। ਜੀ ਡਾਕਟਰ ਜਵੰਦਾ, ਆਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ, ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਸਿਰਫ ਦੂੰਗੀ ਵੀ ਆਪਾਂ ਸਾਰੇ ਇਕੱਠੇ ਹਾਂ ਇਸ ਜੰਗ ਦੇ ਵਿੱਚ, ਤੇ ਆਪਾਂ ਸਾਰੇ ਹਾਲੇ ਵੀ ਮਾਸਕ ਪਾਓ ਤੇ ਹੱਥ ਧੋ ਤੇ ਆਪਣਾ 6 ਫੁੱਟ ਦਾ ਡਿਸਟੈਂਸ ਰੱਖੋ। ਦੂਜੀ ਗੱਲ ਆ ਵੀ ਜਦੋਂ ਵੈਕਸੀਨ ਆਓ, ਡਰੋ ਨਾ, ਆਪਣੇ ਡਾਕਟਰ ਨਾਲ ਗੱਲ ਕਰੋ ਤੇ ਜ਼ਰੂਰ ਲਾਇਓ ਜਦੋਂ ਤੁਹਾਡੀ ਕੋਈ ਫਿਕਰ ਵਾਲੀ ਗੱਲ ਨਹੀਂ। ਤੇ ਸਭ ਨੂੰ ਲੋਹੜੀ ਦੀ ਲੱਖ ਲੱਖ ਵਧਾਈਆਂ। ਜੀ ਡਾਕਟਰ ਸਾਹਿਬ, ਤੁਸੀਂ ਆਖਰ ਦੇ ਵਿੱਚ ਇੱਕ ਸਾਨੂੰ ਦੱਸਿਓ ਕਿ ਵੈਕਸੀਨ ਅਸੀਂ ਪੁੱਛਣਾ ਵੀ ਸਾਨੂੰ ਕਦੋਂ ਲੱਗਣੀ ਹੈ, ਸਾਨੂੰ ਡਿਪਾਰਟਮੈਂਟ ਦੱਸੂਗਾ? ਹੈਲਥ ਅਥਾਰਟੀਜ਼ ਵਾਲੇ ਦੱਸਣਗੇ ਤੁਹਾਨੂੰ, ਐਂਡ ਮੇਬੀ ਥਰੂ ਆਪਣੇ ਜਿਹੜੇ ਫੈਮਿਲੀ ਡਾਕਟਰਸ ਦੇ ਥਰੂ ਤੁਹਾਨੂੰ ਮੈਸੇਜ ਪਹੁੰਚੂਗਾ। ਹਾਲੇ ਉਹ ਸਿਸਟਮ ਦੇਖ ਰਹੇ ਹੈਗੇ ਆ। ਪ੍ਰਾਇਓਰਟੀ ਹੈਗੀ ਕਿ ਜਿਹੜੇ ਪ੍ਰਾਇਓਰਟੀ ਲੋਕੀ ਬਜ਼ੁਰਗ ਸੀਨੀਅਰਸ ਆਪਣੇ ਲੌਂਗ ਟਰਮ ਕੇਅਰ ਦੇ ਵਿੱਚ ਹੈਗੇ, ਫਰੰਟ ਲਾਈਨ ਹੈਲਥ ਕੇਅਰ ਵਰਕਰਸ ਹੈ, ਉਹਨਾਂ ਦੇ ਲੱਗ ਜਾਣ। ਉਸ ਟਾਈਮ ਦੇ ਵਿੱਚ ਆਪਾਂ ਦੇਖ ਲੈਣਾ ਹੈਗਾ ਕਿ ਸਿਸਟਮ ਸੈੱਟ ਹੋ ਜਾਊਗਾ ਐਂਡ ਲੋਕਾਂ ਨੂੰ ਫਿਰ ਦੱਸਣਾ ਪੈਣਾ। ਸੋ it will come through the health authority, and ਜਿੱਦਾਂ ਸਾਨੂੰ ਪਤਾ ਲੱਗਾ ਅਸੀਂ ਫਿਰ ਆ ਕੇ ਤੁਹਾਨੂੰ ਦੱਸ ਦਾਂਗੇ ਕਿ ਹੁਣ ਵੀ ਭਾਜੀ ਇਸ ਚੀਜ਼ ਦਾ ਆਪਾਂ ਨੂੰ ਪਬਲਿਕ ਨੂੰ ਦੱਸਣਾ ਪੈਣਾ ਹੈਗਾ, ਐਂਡ ਮੈਸੇਜ ਅਸੀਂ ਤੁਹਾਡੇ ਤਾਈਂ ਪਹੁੰਚਾਈ ਜਾਵਾਂਗੇ। ਮੇਰੇ ਵੱਲੋਂ ਭੈਣ ਜੀ ਉਹਨਾਂ ਦੇ ਜੋ ਦੱਸਿਆ ਹੈਗਾ ਡਾਕਟਰ ਜਵੰਦਾ ਨੇ, ਐਗਜ਼ੈਕਟਲੀ ਸੇਮ ਲਾਸਟ ਚੀਜ਼ ਹੈਗੀ ਕਿ ਜੇ ਸਰਵੇ ਆਪਾਂ ਭਰ ਸਕਦੇ ਹਾਂ, ਪਲੀਜ਼ ਭਰਨਾ, ਐਂਡ ਇਟ ਵੁੱਡ ਬੀ ਵੈਰੀ ਹੈਲਪਫੁਲ। ਡਾਕਟਰ ਬਲਦੇਵ ਸਿੰਘੇੜਾ, ਡਾਕਟਰ ਮਧੂ ਜਵੰਦਾ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ। ਸ਼ੁਕਰੀਆ ਜੀ। ਦੋਸਤੋ, ਗੱਲਬਾਤ ਕੀਤੀ ਡਾਕਟਰ ਬਲਦੇਵ ਸਿੰਘੇੜਾ ਤੇ ਡਾਕਟਰ ਮਧੂਮੀਤ ਜਵੰਦਾ ਹੋਣਾ ਦੇ ਨਾਲ। ਸੋ ਹੁਣ ਤੱਕ ਦੀ ਜਿਹੜੀ ਗੱਲਬਾਤ ਅੱਜ ਇਹ ਸਾਹਮਣੇ ਆਉਂਦੀ ਆ ਵੀ ਬਿਲਕੁਲ ਮਨ ਦੇ ਵਿੱਚੋਂ ਭੁਲੇਖਾ ਕੱਢ ਦਿਓ। ਜਿਹੜਾ ਵੀ ਕੋਈ ਤੁਹਾਨੂੰ ਕਹਿੰਦਾ ਵੀ ਇਹ ਮੀਡੀਆ ਨੇ ਰੌਲਾ ਪਾਇਆ ਜਾਂ ਇਹ ਵੈਸੇ ਰੌਲਾ ਹੀ ਆ, ਇਹ ਸਧਾਰਨ ਫਲੂ ਆ, ਇਹਨਾਂ ਦੀ ਗੱਲ ਬਿਲਕੁਲ ਸਹੀ ਹੈ। ਇੱਕ ਵਾਰੀ ਕਿਸੇ ਵੀ ਹਸਪੀਟਲ ਦੇ ICU ਵੱਲ ਗੇੜਾ ਮਾਰ ਕੇ ਦੇਖ ਲਓ, ਉੱਥੇ ਕੀ ਹਾਲਾਤ ਆ। ਸਾਨੂੰ ਇਹ ਲੱਗ ਸਕਦਾ, ਪਰ ਇੰਨੀ ਦੁਨੀਆ ਸਾਰੀ ਦੀ ਸਾਰੀ ਰੁਕੀ ਪਈ ਆ, ਇਹ ਗਲਤ ਨਹੀਂ ਆ। ਇਹਨੂੰ ਬਿਲਕੁਲ ਸੀਰੀਅਸਲੀ ਲਓ। ਔਰ ਇਸ ਸਾਲ ਤੱਕ ਅਸੀਂ ਕਾਫੀ ਵਾਰੀ ਗੱਲਬਾਤ ਕੀਤੀ ਹੈ, ਸਾਰੇ ਕੁਛ ਦੇ ਵਿੱਚੋਂ ਹੁਣ ਤੱਕ ਇਹੀ ਨਿਕਲ ਕੇ ਆਉਂਦਾ ਕਿ ਘੱਟੋ ਘੱਟ ਦਸੰਬਰ ਤੱਕ ਸਾਨੂੰ ਸਾਰਿਆਂ ਨੂੰ ਆ ਜੋ ਕੁਛ ਅਸੀਂ ਕਰ ਰਹੇ ਹਾਂ ਇੱਦਾਂ ਹੀ ਕਰਨਾ ਪੈਣਾ। ਇੱਕ ਦੂਜੇ ਤੋਂ ਦੂਰ ਰਹਿਣਾ ਪੈਣਾ, ਮਾਸਕ ਪਾਉਣਾ ਪੈਣਾ, ਆਪਣਾ ਬਚਾਅ ਰੱਖਣਾ ਪੈਣਾ। ਜਿਹੜਾ ਸਰਵੇ ਜਿਹਦਾ ਜ਼ਿਕਰ ਇਹ ਕਰ ਰਹੇ ਨੇ ਉਹਨੂੰ ਜ਼ਰੂਰ ਫਿਲ ਕਰੋ। ਹਰਦੀਪ ਸਿੰਘ ਸੋਤਾ ਉਹਨਾਂ ਦੀ ਫੇਸਬੁੱਕ ਪੇਜ ਦੇ ਉੱਤੇ ਚਲੇ ਜਾਓ, ਰਾਇਲ ਅਕੈਡਮੀ ਆਫ ਆਰਟਸ ਉਹਨਾਂ 'ਤੇ ਚਲੇ ਜਾਓ, ਉੱਥੇ ਤੁਹਾਨੂੰ ਮਿਲ ਜੂਗਾ ਫੇਸਬੁੱਕ 'ਤੇ। ਇਹ ਸਰਵੇ ਜੇ ਤੁਸੀਂ ਫਿਲ ਕਰਕੇ ਭੇਜਦੇ ਹੋ, ਉਹਦੇ ਤੋਂ ਬਾਅਦ ਫਿਰ ਹੀ ਇਹਨਾਂ ਨੂੰ ਪਤਾ ਲੱਗ ਸਕੂਗਾ ਕਿ ਕਿੱਥੇ ਅਸੀਂ ਖੜ੍ਹੇ ਹਾਂ, ਕਿੰਨੀ ਕੁ ਹੋਰ ਹੈਲਪ ਦੀ ਲੋੜ ਆ ਅਤੇ ਕਿਹੜੇ ਤਰੀਕੇ ਨਾਲ ਕੀਤੀ ਜਾ ਸਕਦੀ ਆ। ਅੱਜ ਲੋਹੜੀ ਦਾ ਦਿਨ ਆ, ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।